ਅਦਾਰਾ ਮੀਡੀਆ ਪੰਜਾਬ ਟੈਲੀਵਿਜ਼ਨ ਦੇ ਦਰਸ਼ਕੋ, ਮੇਰੇ ਵੱਲੋਂ ਜਾਨੀ ਕਿ ਕੁਲਵੰਤ ਢਿੱਲੋਂ ਵੱਲੋਂ ਤੁਹਾਨੂੰ ਸਤਿ ਸ੍ਰੀ ਅਕਾਲ, ਜੀ ਆਇਆਂ ਨੂੰ, ਨਮਸਤੇ ਅਤੇ ਆਦਾਬ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਦੋ ਗੱਲਾਂ ਕਰੀਏ ਪ੍ਰੋਗਰਾਮ ਵਿੱਚ ਅਸੀਂ ਕੋਈ ਨਾ ਕੋਈ ਸ਼ਖਸੀਅਤ ਜਿਸ ਨੇ ਕਿ ਪੰਜਾਬੀ ਲਈ, ਪੰਜਾਬੀਅਤ ਲਈ ਕੁਝ ਕੀਤਾ ਹੁੰਦਾ ਹੈ, ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਕੋਈ ਸੇਧ ਦਿੱਤੀ ਹੁੰਦੀ ਹੈ, ਉਸ ਨੂੰ ਤੁਹਾਡੇ ਰੂਬਰੂ ਕਰਦੇ ਹਾਂ। ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਬਹੁਪੱਖੀ ਸ਼ਖਸੀਅਤ ਨੂੰ ਪੇਸ਼ ਕਰਨ ਜਾ ਰਹੇ ਹਾਂ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਪ੍ਰਾਪਤੀਆਂ ਕੀਤੀਆਂ ਹਨ। ਉਹ ਹਨ ਭੁਪਿੰਦਰ ਸਿੰਘ ਸੱਗੂ ਜੀ। ਭੁਪਿੰਦਰ ਜੀ, ਤੁਹਾਡਾ ਮੀਡੀਆ ਪੰਜਾਬ ਟੈਲੀਵਿਜ਼ਨ ਦੇ ਵਿੱਚ ਸਵਾਗਤ ਹੈ। ਤੁਸੀਂ ਦਰਸ਼ਕਾਂ ਨੂੰ ਦੱਸੋ ਕਿ ਤੁਹਾਡਾ ਪਿਛੋਕੜ ਕੀ ਹੈ। ਸਭ ਤੋਂ ਪਹਿਲਾਂ ਮੀਡੀਆ ਪੰਜਾਬ ਦੇ ਦਰਸ਼ਕਾਂ ਦਾ ਬਹੁਤ ਧੰਨਵਾਦ ਹੈ, ਜਿਨ੍ਹਾਂ ਨੇ ਦਰਸ਼ਕਾਂ ਦੇ ਰੂਬਰੂ ਕਰਨ ਦਾ ਮੌਕਾ ਦਿੱਤਾ ਮੈਨੂੰ। ਮੇਰਾ ਪਿਛੋਕੜ ਪੰਜਾਬ ਦਾ, ਮੈਂ ਪੰਜਾਬ ਦਾ ਜਰਪਨ ਆ, ਨਕੋਦਰ ਮੇਰਾ ਇਲਾਕਾ ਆ, ਤੇ ਉੱਥੋਂ ਦੀ ਨਕੋਦਰ ਕਾਲਜ ਦੀ ਹੀ ਮੇਰੀ ਸਟੱਡੀ ਹੈ। ਤੇ ਸੱਗੂ ਸਾਹਿਬ, ਤੁਸੀਂ ਅੱਜ ਕੱਲ੍ਹ ਕੀ ਕਰ ਰਹੇ ਹੋ ਤੇ ਕਿੱਥੇ ਰਹਿ ਰਹੇ ਹੋ? ਦੇਖੋ ਜੀ, ਮੈਂ 78 ਤੋਂ 1978 ਤੋਂ ਮੈਂ UK ਦੇ ਵਿੱਚ ਮੈਂ ਰਹਿ ਰਿਹਾ, ਤੇ ਅੱਜ ਕੱਲ੍ਹ ਜੋ ਮੇਰੀ ਜੌਬ ਹੈ ਉਹ ਇੱਕ ਬਹੁਤ ਵੱਡੀ ਕੰਪਨੀ ਹੈ, ਉਹਦੇ ਵਿੱਚ ਮੈਂ ਮੁਲਾਜ਼ਮ ਹਾਂ, ਟਰਾਂਸਪੋਰਟ ਦੀ ਕੰਪਨੀ ਦੇ ਵਿੱਚ। ਹਾਂਜੀ। ਤੇ ਤੁਸੀਂ ਅੱਜ ਤੱਕ ਪੰਜਾਬੀ ਸਾਹਿਤ ਦੀ ਝੋਲੀ ਦੇ ਵਿੱਚ ਕਿੰਨੀਆਂ ਕੁ ਪੁਸਤਕਾਂ ਪਾਈਆਂ ਹਨ? ਅੱਜ ਕੱਲ੍ਹ ਸੋ ਫਾਰ ਮੈਂ ਕਾਫੀ ਚਿਰ ਤੋਂ ਲਿਖਦਾ ਆ ਰਿਹਾ, ਤੇ ਪੰਜਾਬੀ ਸਾਹਿਤ ਦੀ ਝੋਲੀ ਦੇ ਵਿੱਚ ਮੈਂ ਹੁਣ ਤੱਕ ਤਕਰੀਬਨ 8 ਪੁਸਤਕਾਂ ਝੋਲੀ ਪਾ ਚੁੱਕਾ, ਜਿਹਦੇ ਵਿੱਚ ਮੇਨਲੀ ਮੇਰੀ ਕਵਿਤਾ ਔਰ ਗਜ਼ਲ ਹੈ, ਔਰ ਇੱਕ ਮੇਰੀ ਸੰਪਾਦਨਾ ਦੀ ਕਿਤਾਬ ਹੈ ਜੋ ਕਿ ਮੇਰੇ ਉਸਤਾਦ ਨਿਰੰਜਨ ਸਿੰਘ ਨੂਰ ਜੀ ਬਾਰੇ ਹੈ। ਹਾਂਜੀ, ਮੈਂ ਤੁਹਾਨੂੰ ਅਕਸਰ ਪੜ੍ਹਦੀ ਰਹਿੰਦੀ ਹਾਂ, ਤੁਸੀਂ ਕਾਫੀ ਛਪਦੇ ਹੋ, ਤੇ ਮੈਂ ਤੁਹਾਨੂੰ ਸਟੇਜਾਂ ਤੇ ਸੁਣਿਆ ਵੀ ਹੈ। ਥੈਂਕ ਯੂ। ਤੇ ਤੁਹਾਡੀ ਜਿਹੜੀ ਗਜ਼ਲ ਆ ਉਹ ਦਰਸ਼ਕਾਂ ਨੂੰ ਬਹੁਤ ਕੀਲਦੀ ਹੈ, ਸਰੋਤਿਆਂ ਨੂੰ, ਹਨਾ। ਤੇ ਤੁਸੀਂ ਆਪਣੇ ਦੱਸ ਸਕਦੇ ਹੋ ਵੀ ਤੁਹਾਡੀ ਇੰਨੀ ਪਰਪੱਕਤਾ ਬਾਰੇ, ਇੰਨੀ ਪਰਪੱਕ ਗਜ਼ਲ ਬਾਰੇ, ਇਹਦੇ ਤੋਂ ਤੁਸੀਂ ਕਿਹਦਾ ਅਸਰ ਕਬੂਲ ਕੀਤਾ ਜਾਂ ਤੁਹਾਨੂੰ ਕਿਹਨੇ ਸੇਧ ਦਿੱਤੀ ਹੈ? ਦੇਖੋ ਜੀ, ਪੰਜਾਬੀ ਸਾਹਿਤ ਦੇ ਅੰਦਰ ਬਹੁਤ ਵੱਡੀਆਂ ਮਹਾਨ ਸ਼ਖਸੀਅਤਾਂ ਨੇ ਜੀ, ਜਿਨ੍ਹਾਂ ਦੇ ਤੁਸੀਂ ਪੜ੍ਹ ਕੇ ਔਰ ਉਹਨਾਂ ਤੋਂ ਸੇਧ ਲੈਂਦੇ ਹੋ। ਲੇਕਿਨ ਮੇਰੀ ਜ਼ਿੰਦਗੀ ਦੀ ਇੱਕ ਮੇਰਾ ਖਾਸ ਖੁਸ਼ਕਿਸਮਤੀ ਹੈ ਮੇਰੀ, ਕਿਉਂਕਿ ਮੈਨੂੰ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਬਹੁਤ ਹੀ ਅੱਛੇ ਇਨਸਾਨ ਮਿਲਦੇ ਗਏ। ਜਦੋਂ ਮੈਂ ਸਕੂਲ ਦੇ ਵਿੱਚ ਪੜ੍ਹਦਾ ਹੁੰਦਾ ਸੀ, ਤੇ ਉਦੋਂ ਬਚੰਤ ਰਾਮ ਜੀ ਐਸ਼, ਜਿਹੜੇ ਕਿ ਉਰਦੂ ਦੇ ਗਜ਼ਲ ਗੋ ਸਨ, ਉਹ ਮੇਰੇ ਅਧਿਆਪਕ ਰਹੇ ਨੇ। ਕੁਛ ਉਹ ਹੱਲਾਸ਼ੇਰੀ ਦਿੰਦੇ ਰਹੇ ਨੇ। ਉਸ ਤੋਂ ਬਾਅਦ ਜਦੋਂ ਮੈਂ ਕਾਲਜ ਦੇ ਵਿੱਚ ਆਇਆ, ਤਾਂ ਡਾਕਟਰ ਰਣਧੀਰ ਸਿੰਘ ਜੀ ਚੰਦ ਮੇਰੇ ਪ੍ਰਿੰਸੀਪਲ ਰਹੇ ਨੇ, ਉਹ ਵੀ ਫਾਰਸੀ ਦੇ ਗਜ਼ਲ ਗੋ ਸਨ। ਉਹਨਾਂ ਕੋ ਵੀ ਮੈਨੂੰ ਸਿੱਖਣ ਦਾ ਕੁਝ ਮੌਕਾ ਮਿਲਿਆ। ਤਾਂ ਸਭ ਤੋਂ ਜਿਹੜਾ ਅਸਰ ਮੈਂ ਕਬੂਲਿਆ ਹੈ ਉਹ ਯੂਨਾਈਟਿਡ ਕਿੰਗਡਮ ਦੇ ਵਿੱਚ ਆ ਕੇ ਉਸਤਾਦ ਸ਼ਾਇਰ ਮਰਹੂਮ ਨਿਰੰਜਨ ਸਿੰਘ ਨੂਰ, ਉਹਨਾਂ ਦੀ ਮੈਂ ਬਹੁਤ ਸਾਲ ਸੰਗਤ ਕੀਤੀ ਹੈ, ਔਰ ਗਜ਼ਲ ਦਾ ਔਰ ਕਵਿਤਾ ਬਾਰੇ ਮੈਂ ਉਹਨਾਂ ਕੋਲ ਬਹੁਤ ਕੁਝ ਸਿੱਖਿਆ ਹੈ। ਹਾਂਜੀ, ਮੈਨੂੰ ਵੀ ਇਸ ਭਾਗ ਪੈਦਾ ਹੋਇਆ ਕਿ ਮੈਂ ਨੂਰ ਸਾਹਿਬ ਹੋਰਾਂ ਨੂੰ ਸੁਣਿਆ, ਉਹਨਾਂ ਦੀ ਸੰਗਤ ਮਾਣੀ ਹੈ। ਕੀ ਤੁਸੀਂ ਸਾਡੇ ਦਰਸ਼ਕਾਂ ਨੂੰ ਉਹਨਾਂ ਦੀ ਹੀ ਕੋਈ ਚੀਜ਼ ਪੇਸ਼ ਕਰ ਸਕਦੇ ਹੋ? ਉਹਨਾਂ ਦੀ ਮੈਂ ਤੁਹਾਨੂੰ ਇੱਕ ਦੋ ਸ਼ੇਰ ਪੇਸ਼ ਕਰਦਾ, ਕਿਉਂਕਿ ਉਹ ਪ੍ਰਗਤੀਵਾਦੀ ਸ਼ਾਇਰ ਸਨ, ਔਰ ਮਨੁੱਖਤਾ ਦੇ ਭਲੇ ਦੀ ਉਹਨਾਂ ਨੇ ਗੱਲ ਕੀਤੀ ਹੈ। ਜਿਵੇਂ ਉਹ ਆਖਿਆ ਕਰਦੇ ਸਨ ਕਿ ਔਰਤ ਦੀ ਜਿਹੜੀ ਬਾਬੇ ਨਾਨਕ ਦਾ ਜੋ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜ਼ਾਨ, ਉਹਨਾਂ ਦਾ ਹੀ ਸੰਦੇਸ਼ ਉਹਨਾਂ ਨੇ ਅਗਾਹ ਤੋਰਿਆ ਹੈ ਵੀ ਜਿਹੜੀ ਔਰਤ ਹੈ ਉਹ ਇੱਕ ਪੈਰ ਦੀ ਜੁੱਤੀ ਨਹੀਂ ਹੈ, ਉਸ ਨੂੰ ਬਰਾਬਰ ਦੇ ਹੱਕ ਮਿਲਣੇ ਚਾਹੀਦੇ। ਉਹ ਹੱਕਾਂ ਵਾਸਤੇ ਲੜਦੇ ਰਹੇ ਆ, ਔਰ ਸਾਨੂੰ ਵੀ ਇਹੋ ਕੁਝ ਸਿਖਾਇਆ ਬਈ ਕੁਛ ਨਾ ਕੁਛ ਹੱਕਾਂ ਵਾਸਤੇ ਤੁਹਾਨੂੰ ਗਾਂ ਜੂਝਣ ਦੀ ਲੋੜ ਹੈ। ਤੇ ਉਹਨਾਂ ਦਾ ਮੈਂ ਇੱਕ ਸ਼ੇਰ ਤੁਹਾਨੂੰ ਪੇਸ਼ ਕਰਦਾ ਹਾਂ ਕਿ ਵਤਨ ਦੀ ਜ਼ਿੰਦਗੀ ਲਈ ਆਪਣਾ ਮਨ ਮਾਰਨਾ ਪੈਂਦਾ ਹੈ, ਆਜ਼ਾਦੀ ਜਿੱਤਣੇ ਵਾਸਤੇ ਕਈ ਵਾਰ ਹਾਰਨਾ ਪੈਂਦਾ ਹੈ। ਇਹ ਨਖਰੋ ਆਸ਼ਕਾਂ ਦੇ ਖੂਨ ਵਿੱਚ ਸਾਲੂ ਰੰਗਦੀ ਹੈ, ਆਜ਼ਾਦੀ ਮੁਫਤ ਨਹੀਂ ਮਿਲਦੀ, ਇਹਦਾ ਮੁੱਲ ਤਾਰਨਾ ਪੈਂਦਾ ਹੈ। ਤਾਂ ਉਹਨਾਂ ਦਾ ਇੱਕ ਸ਼ੇਰ ਹੈ ਜੋ ਹਮੇਸ਼ਾ ਉਹ ਸਟੇਜ ਦੇ ਉੱਤੇ ਬੋਲਿਆ ਕਰਦੇ ਸਨ। ਮੈਂ
ਮਿਲ ਕੇ ਸਦਾ ਲਈ ਜੁਦਾ ਹੋ ਗਿਆ ਹਾਂ। ਮੈਂ ਉਹ ਫਰਜ਼ ਹਾਂ ਜੋ ਅਦਾ ਹੋ ਗਿਆ ਹਾਂ। ਹਾਂ ਗੰਗਾ ਚ ਨਹਾ ਕੇ ਤੁਸੀਂ ਜਾਓ ਮੱਕੇ, ਮੈਂ ਹੰਝੂਆਂ ਚ ਨਹਾ ਕੇ ਖੁਦਾ ਹੋ ਗਿਆ ਹਾਂ। ਕਮਾਲ ਹੈ ਜੀ। ਹਾਂਜੀ ਮੈਂ ਤੁਹਾਨੂੰ ਨਾ ਤਰਨਮ ਚ ਗਾਉਂਦੇ ਵੀ ਸੁਣਿਆ, ਹਾਂਜੀ। ਤੇ ਕੀ ਤੁਸੀਂ ਸਾਡੇ ਦਰਸ਼ਕਾਂ ਲਈ ਆਪਣੀ ਹੀ ਕੋਈ ਗਜ਼ਲ ਜਿਹੜੀ ਤੁਹਾਡੇ ਦਿਲ ਦੇ ਬੜੀ ਨੇੜੇ ਹੈ ਉਹ ਪੇਸ਼ ਕਰ ਸਕਦੇ ਹੋ? ਦਿਲ ਦੇ ਨੇੜੇ ਜਿੱਦਾਂ ਮਾਂ ਨੂੰ ਆਪਣੇ ਪੁੱਤ ਧੀਆਂ ਹਾਂਜੀ ਸਭ ਇੱਕੋ ਜਿਹੇ ਹੁੰਦੇ ਆ, ਸਭ ਬਰਾਬਰ ਹੁੰਦੇ ਆ। ਤੇ ਮੈਂ ਤੁਹਾਨੂੰ ਗਜ਼ਲ ਦੇ ਕੁਝ ਸ਼ੇਰ ਤੁਸੀਂ ਤਰਨਮ ਚ ਕਿਹਾ, ਤੇ ਮੈਂ ਸਰੋਤਿਆਂ ਨੂੰ ਵੀ ਮੈਨੂੰ ਆਸ ਹੈ ਕਿ ਉਹ ਪਸੰਦ ਕਰਨਗੇ। ਗਜ਼ਲ ਦੇ ਕੁਝ ਸ਼ੇਰ ਨੇ। ਹੂਕ ਹਾਂ ਮਜ਼ਲੂਮ ਦੀ ਮੈਂ ਅਜ਼ਲ ਦਾ ਪੈਗਾਮ ਨਾ, ਜਿਤ ਹਾਂ ਵਿਸ਼ਵਾਸ ਦੀ ਇਸ਼ਕ ਤੇ ਇਲਜ਼ਾਮ ਨਾ। ਸੱਚ ਦਾ ਆਸ਼ਿਕ ਸਦਾ ਚੁੰਮਦਾ ਸਲੀਬਾਂ ਹੀ ਰਿਹਾ। ਇੱਕ ਵਾਰੀ ਫਿਰ ਹਾਂ ਸੱਚ ਦਾ ਆਸ਼ਿਕ ਸਦਾ ਚੁੰਮਦਾ ਸਲੀਬਾਂ ਹੀ ਰਿਹਾ। ਹਾਂ ਨਸ਼ਾ ਕੁਰਬਾਨੀਆਂ ਦਾ ਕੋਈ ਅੰਗੂਰੀ ਜਾਮ ਨਾ। ਫੁੱਲ ਹਾਂ ਮੈਂ ਜਾਗਲੀ, ਫੁੱਲ ਹਾਂ ਮੈਂ ਜਾਗਲੀ, ਵੰਡਦਾ ਮਹਿਕਾ ਰਹਾ। ਚਾਹਨਾ ਛੁਪ ਕੇ ਰਹਿਣ ਦੀ ਗਮਲੇ ਦਾ ਪਾਮਨਾ। ਪਾਲ ਮੈਨੂੰ ਮੰਜ਼ਲ ਦੀ ਗੁੰਮਿਆ ਸਹਰਾ ਚ ਹਾਂ। ਮੈਂ ਸਦੀ ਵੀ ਭਾਲ ਹਾਂ, ਹੋਇਆ ਅਜੇ ਨਾਕਾਮ ਨਾ। ਹਾਂ ਰਵੀ ਦੀ ਰੋਸ਼ਨੀ ਮੈਂ ਚੀਰਦੀ ਹਾਂ ਨੇਰ ਨੂੰ। ਦੀਪ ਹਾਂ ਮਸਕੀਨ ਪਰ ਮੇਰੇ ਬਿਨਾ ਕੋਈ ਸ਼ਾਮ ਨਾ। तो आखिरी शेर है। मैं हाँ सुर संगीत दी ना किला आवाज़ां दा। इश्क हाँ तुरदा रवां पैरी अजय विश्राम ना। ਕਮਾਲ ਹੈ ਜੀ, ਬਹੁਤ ਵਧੀਆ। Thank you very much। ਉਮੀਦ ਹੈ ਕਿ ਸਰੋਤਿਆਂ ਨੇ ਵੀ ਬਹੁਤ ਪਸੰਦ ਕੀਤੀ ਹੋਵੇਗੀ। ਤੇ ਹੁਣ ਲੱਗਦੇ ਹੱਥ ਮੈਂ ਤੁਹਾਡੀ ਖੁੱਲੀ ਕਵਿਤਾ ਵੀ ਪੜ੍ਹੀ ਹੈ, ਖੁੱਲੀ ਕਵਿਤਾ ਨੂੰ ਵੀ ਸੁਣਿਆ। ਕੀ ਤੁਸੀਂ ਸਾਡੇ ਦਰਸ਼ਕਾਂ ਦੇ ਸਾਹਮਣੇ ਖੁੱਲੀ ਕਵਿਤਾ ਪੇਸ਼ ਕਰ ਸਕਦੇ ਹੋ? ਹਾਂ ਮੈਂ ਛੋਟੀ ਜਿਹੀ ਤੁਹਾਨੂੰ ਇੱਕ ਨਜ਼ਮ ਸੁਣਾਉਣਾ। ਰਿਸ਼ਤਿਆਂ ਬਾਰੇ ਗੱਲ ਕੀਤੀ ਹੈ। ਇੱਕ ਮੇਰੀ ਕਿਤਾਬ ਹੈ ਪਿਛਲੇ ਸਾਲ ਆਈ, ਉਸਨੇ ਕਿਹਾ, ਬੜੀ ਲੰਬੀ ਕਵਿਤਾ, ਉਹਦੇ ਵਿੱਚੋਂ ਇੱਕ ਛੋਟਾ ਜਿਹਾ ਮੈਂ ਤੁਹਾਨੂੰ ਨਮੂਨਾ ਦਿਖਾਲਦਾ। ਉਸਨੇ ਕਿਹਾ ਇਹ ਕਿਹਾ ਰਿਸ਼ਤਾ ਹੈ। ਉਸਨੇ ਕਿਹਾ ਇਹ ਕਿਹਾ ਰਿਸ਼ਤਾ ਹੈ ਜਿਸ ਦਾ ਨਾ ਆਦ ਹੈ ਨਾ ਅੰਤ ਹੈ। ਮੁਹੱਬਤ ਦੇ ਵਿਸਮਾਦ ਵਿੱਚ ਨਾ ਸੁਰ ਹੈ ਨਾ ਤਾਲ ਹੈ। ਜ਼ਿੰਦਗੀ ਦੇ ਤੋਲ ਵਿੱਚ ਨਾ ਰੰਗ ਹੈ ਨਾ ਰਾਗ ਹੈ। ਜ਼ਿੰਦਗੀ ਦੇ ਤੋਲ ਵਿੱਚ ਨਾ ਰੰਗ ਹੈ ਨਾ ਰਾਗ ਹੈ। ਰਿਸ਼ਤਿਆਂ ਦੇ ਅਰਥ ਨੇ, ਰਿਸ਼ਤਿਆਂ ਦੇ ਅਰਥ ਨੇ, ਬਸ ਜੀ ਰਹੇ ਹਾਂ ਨਾਵਾਂ ਵਿੱਚ। ਇਹ ਕਿਹੀ ਮੁਹੱਬਤ ਹੈ, ਇਹ ਕਿਹਾ ਰਿਸ਼ਤਾ ਹੈ। ਬਹੁਤ ਖੂਬ ਜੀ। ਤੁਸੀਂ ਰਿਸ਼ਤਿਆਂ ਤੋਂ ਬਿਨਾਂ ਹੋਰ ਸਮਾਜ ਦੇ ਜਾਂ ਆਪਣੀ ਜ਼ਿੰਦਗੀ ਦੇ ਕਿਹੜੇ ਪੱਖਾਂ ਨੂੰ ਲੈਂਦੇ ਹੋ ਆਪਣੀ ਰਚਨਾ ਵਿੱਚ? ਮੈਂ ਆਪਣੀ ਰਚਨਾ ਦੇ ਵਿੱਚ ਮੇਨਲੀ ਜਿਸ ਤਰ੍ਹਾਂ ਹੁਣ ਗੈਂਗ ਰੇਪ ਦਾ ਚੱਲ ਰਿਹਾ, ਹਾਂਜੀ ਹਾਂਜੀ, ਮਨੁੱਖਤਾ ਦੇ ਨਾਲ ਜਿੱਥੇ ਵੀ ਅਨਿਆਂ ਹੁੰਦਾ, ਭਾਵੇਂ ਉਹ ਕਤਲੋ ਗਾਰਤ ਹੈ, ਭਾਵੇਂ ਔਰਤ ਦਾ ਉਹ ਮਸਲਾ ਹੈ,
ਜਾਂ ਕੋਈ ਹੋਰ ਜੋ ਮਾਨਵਤਾ ਦੇ ਵਿਰੁੱਧ ਜਾ ਰਿਹਾ, ਮੈਂ ਉਸ ਨੂੰ ਘੋਖਦਾ ਹਾਂ। ਕਿਉਂ? ਕਿਉਂਕਿ ਸਾਰੇ ਜਦੋਂ ਮਾਨਸ ਕੀ ਜਾਤ ਸਭੇ ਏਕ ਹੀ ਪਹਿਚਾਨ ਬੋਝੋ, ਸਾਰੇ ਇੱਕੋ ਜਿਹੇ ਆ, ਤੇ ਊਚ ਨੀਚ ਦਾ ਇਹ ਫਰਕ ਕਿਉਂ ਆ? तो मेरे उस्ताद जी ने मैनू ये जो दखना दी है, तो मैं उससे ही उन्हों का सुनेहा जो है, सुनेहा तो बाबे नानक का है जो उसनों ही अगाह तोड़िया। जिमें अभी थोड़ा चिर होया गैंग रेप का सीगा, ਉਹਦੇ अगेंस्ट भी मैं लिखिया, समाज ਦੇ ਵਿੱਚ जात पात का लिखिया, होर इस तरह के कई जो अपने मसले हैं मैं कोशिश करता ਉਹਨੂੰ हाईलाइट किया जाए। ਤੁਹਾਡੀ ਜਿਹੜੀ ਸਿਰਜਣ ਪ੍ਰਕਿਰਿਆ ਹੈ, ਹਾਂਜੀ, ਉਹਦੇ ਪਲ ਕਿਹੋ ਜਿਹੇ ਹੁੰਦੇ? ਉਹਦੇ ਪਲ ਪੁੱਛੋ ਕੁਛ ਨਾ। ਜਦੋਂ ਸਿਰਜਣ ਦਾ ਸਮਾਂ ਹੁੰਦਾ ਹੈ ਤੇ ਉਹ ਪਤਾ ਨਹੀਂ ਲੱਗਦਾ, ਉਦੋਂ ਉਸ ਵੇਲੇ ਮੈਂ ਆਪਣੇ ਵਿੱਚ ਨਹੀਂ ਹੁੰਦਾ। ਉਸ ਵੇਲੇ ਤੁਸੀਂ ਭੁਪਿੰਦਰ ਸੰਘੂ ਨਹੀਂ ਹੁੰਦਾ, ਉਸ ਵੇਲੇ ਬਸ ਮੈਨੂੰ ਆਪਣੀ ਸੁੱਧ ਬੁੱਧ ਕੁਝ ਨਹੀਂ ਰਹਿੰਦੀ, ਜੋ ਮੇਰੇ ਅੰਦਰ ਦਾ ਸ਼ਾਇਰ ਹੈ ਬਸ ਫਿਰ ਉਹੀ ਹੁੰਦਾ ਹੈ। ਤੁਸੀਂ ਇਹ ਦੱਸ ਸਕਦੇ ਹੋ ਦਰਸ਼ਕਾਂ ਨੂੰ ਵੀ ਤੁਸੀਂ ਕਿਸੇ ਸਾਹਿਤ ਸਭਾ ਨਾਲ ਵੀ ਜੁੜੇ ਹੋਏ ਹੋ? ਸਾਹਿਤ ਸਭਾ ਨਾਲ ਮੈਂ ਬਹੁਤ ਚਿਰ ਤੋਂ ਜੁੜਿਆ ਜੀ। ਮੈਂ ਤਕਰੀਬਨ ਜਦ ਤੋਂ 78 ਦੇ ਵਿੱਚ ਕਾਲਜ ਦੇ ਜ਼ਮਾਨੇ ਦੇ ਵਿੱਚ ਪੰਜਾਬੀ ਸਾਹਿਤ ਸਭਾ ਦੇ ਨਾਲ, ਨਕੋਦਰ ਦੇ ਨਾਲ ਮੈਂ ਜੁੜਿਆ ਰਿਹਾ ਕਾਲਜ ਦੇ ਸਮੇਂ ਦੇ ਵਿੱਚ ਵੀ। ਫਿਰ ਮੈਂ ਇੰਗਲੈਂਡ ਆ ਗਿਆ 78 ਦੇ ਵਿੱਚ, ਤੇ ਉਸ ਤੋਂ ਬਾਅਦ ਫਿਰ ਮੈਂ ਪ੍ਰੋਗਰੈਸਿਵ ਰਾਈਟਰਸ ਐਸੋਸੀਏਸ਼ਨ ਗ੍ਰੇਟ ਬ੍ਰਿਟਨ ਦੀ ਜੋ ਪ੍ਰਗਤੀਸ਼ੀਲ ਲਿਖਾਰੀ ਸਭਾ ਹੈ, ਵੁਲਵਰਹੈਂਪਟਨ ਬ੍ਰਾਂਚ ਦਾ ਮੈਂ ਬਹੁਤ ਚਿਰ ਸਰਗਰਮ ਮੈਂਬਰ ਰਿਹਾ। ਉਸ ਤੋਂ ਬਾਅਦ ਮੈਂ ਪੰਜਾਬੀ ਅਕੈਡਮੀ ਵੁਲਵਰਹੈਂਪਟਨ, ਡਾਕਟਰ ਸਵਰਨ ਚੰਦਨ, ਡਾਕਟਰ ਦਵਿੰਦਰ ਕੌਰ ਉਹਨਾਂ ਦੇ ਨਾਲ ਮਿਲ ਕੇ ਇਹ ਅਸੀਂ ਇੱਕ ਪੰਜਾਬੀ ਅਕੈਡਮੀ ਹੋਂਦ ਵਿੱਚ ਆਈ, ਉਹਦਾ ਮੈਂ ਸਹਾਇਕ ਸਕੱਤਰ ਵੀ ਰਿਹਾ। ਮੈਂ ਉਹਦੀ ਮੈਂਬਰ ਵੀ ਰਹੀ। ਤੁਸੀਂ? ਹਾਂਜੀ, ਤੁਸੀਂ ਮੈਂਬਰ ਵੀ ਰਹੇ, ਤੁਸੀਂ ਸਾਊਥ ਹਾਲ ਵਿੱਚ ਚਲਾ ਵੀ ਰਹੇ। ਤੋ ਅੱਜ ਕੱਲ ਮੈਂ ਪ੍ਰਗਤੀਸ਼ੀਲ ਲਿਖਾਰੀ ਸਭਾ ਬਰਮਿੰਘਮ ਤੇ ਸੈਂਡਵਿਲ ਦਾ ਜਨਰਲ ਸੈਕਟਰੀ ਹਾਂ। ਹਾਂਜੀ, ਤੇ ਤੁਸੀਂ ਪੜ੍ਹਨ ਲਿਖਣ ਤੋਂ ਇਲਾਵਾ ਹਾਂਜੀ ਹੋਰ ਤੁਹਾਨੂੰ ਕਿਹੜੇ ਸ਼ੌਂਕ ਨੇ? ਤੁਸੀਂ ਮਾਫ ਕਰਨਾ, ਮੈਂ ਉਸ ਤੋਂ ਪਹਿਲਾਂ ਪੁੱਛਣਾ ਚਾਹੁੰਦੀ ਹਾਂ ਇੱਕ ਗੱਲ, ਵੀ ਤੁਸੀਂ ਜਰਮਨੀ ਦੇ ਵਿੱਚ ਆਪਾਂ ਅੱਜ ਬੈਠੇ ਹਾਂ, ਹਾਂਜੀ, ਤੇ ਤੁਹਾਡਾ ਇੱਥੇ ਆਉਣ ਦਾ ਮਕਸਦ ਕੀ ਸੀ? ਦੇਖੋ ਜੀ, ਇੱਥੇ ਆਉਣ ਦਾ ਮਕਸਦ ਬੜਾ ਤੁਸੀਂ ਵਧੀਆ ਸਵਾਲ ਪੁੱਛਿਆ ਹੈ, ਕਿਉਂਕਿ ਗਦਰੀ ਬਾਬਿਆਂ ਦਾ 100 ਸਾਲਾ ਵਰ੍ਹੇਗੰਢ ਆ ਰਹੀ ਹੈ ਉਹਨਾਂ ਦੀ। ਤਾਂ ਮੈਂ ਸਮਝਦਾ ਕਿ ਉਹ ਸਾਡੇ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਆਜ਼ਾਦੀ ਦਿਵਾਉਣ ਦੇ ਵਿੱਚ ਬਹੁਤ ਸ਼ਹੀਦੀਆਂ ਪ੍ਰਾਪਤ ਕੀਤੀਆਂ, ਔਰ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ, ਜਿਨ੍ਹਾਂ ਦਾ ਬਹੁਤ ਵੱਡਾ ਇੱਕ ਵਿਲੱਖਣ ਇਤਿਹਾਸ ਹੈ, ਉਹਨਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ, ਉਹਨਾਂ ਨੂੰ ਯਾਦ ਕਰਨਾ, ਕਿਉਂਕਿ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰਾਈਨ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਮਹਾਵਾਕ ਤੋਂ ਸਾਡਾ ਫਰਜ਼ ਬਣਦਾ ਕਿ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਅਸੀਂ ਦਈਏ। ਤਾਂ ਪਿੱਛੇ ਜੇ ਮੈਨੂੰ ਅਮਰੀਕਾ ਜਾਣ ਦਾ ਮੌਕਾ ਮਿਲਿਆ, ਔਰ ਜਿਸ ਸ਼ਹਿਰ ਦੇ ਵਿੱਚ ਸਟਾਕਟਨ ਮੈਂ ਰਿਹਾ, ਤੇ ਮੇਰੀ ਖੁਸ਼ਕਿਸਮਤੀ ਹੈ ਕਿ ਉੱਥੇ ਗਦਰੀ ਬਾਬੇ ਉੱਥੋਂ ਐਕਚੁਅਲੀ ਉਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਸ਼ੁਰੂਆਤ ਉੱਥੇ। ਹਾਂਜੀ, ਬਾਬਾ ਵਿਸਾਖਾ ਸਿੰਘ ਜੀ, ਬਾਬਾ ਜਵਾਲਾ ਸਿੰਘ ਜੀ, ਉਹ ਮੈਨੂੰ ਗੁਰਦੁਆਰਾ ਦੇਖਣ ਦਾ ਮੌਕਾ ਮਿਲਿਆ। ਤਾਂ ਉੱਥੇ ਉਹਨਾਂ ਦਾ ਜੋ ਯਾਦਾਂ, ਜੋ ਉਹਨਾਂ ਦਾ ਮੈਮੋਰੀਅਲ ਬਣਿਆ, ਉਹ ਵੀ ਮੈਨੂੰ ਦੇਖਣ ਦਾ ਸਾਰਾ ਮੌਕਾ ਮਿਲਿਆ। ਤਾਂ ਉਸੇ ਸੰਦਰਭ ਦੇ ਵਿੱਚ ਉਹਨਾਂ ਨੇ ਚੱਲਦਾ ਸੀ ਉੱਥੇ ਆਲਰੇਡੀ, ਕਿਉਂਕਿ ਵਿਸ਼ਵ ਦੇ ਸਾਰੇ ਦੇਸ਼ਾਂ ਦੇ ਵਿੱਚ ਇਹ ਉਹਨਾਂ ਦੀ ਮਨਾਈ ਜਾ ਰਹੀ ਹੈ ਸ਼ਤਾਬਦੀ। ਤਾਂ ਇਹ ਜਰਮਨੀ ਦੇ ਇੱਥੇ ਵੀ ਬੜਾ ਇਹਨਾਂ ਨੇ ਉਪਰਾਲਾ ਕੀਤਾ ਮੀਡੀਆ ਪੰਜਾਬ ਵਾਲਿਆਂ ਨੇ, ਤੇ ਇਸੇ ਸੰਦਰਭ ਦੇ ਵਿੱਚ ਆਇਆ। ਤਾਂ ਮੈਂ ਇੱਕ ਪੇਪਰ ਵੀ ਲਿਖਿਆ ਸੀਗਾ ਜੋ ਮੈਂ ਇੱਥੇ ਪੜ੍ਹਿਆ ਹੈਗਾ। ਕੀ ਤੁਸੀਂ ਦਰਸ਼ਕਾਂ ਨੂੰ ਉਹਦੇ ਵਿੱਚੋਂ ਆਪਣਾ ਜਿਹੜਾ ਪੇਪਰ ਹੈ, ਹਾਂਜੀ, ਕੁਝ ਦੱਸ ਸਕਦੇ ਹੋ? ਉਹ ਮੇਨਲੀ ਕਿਉਂਕਿ ਪੇਪਰ ਉਹ 4 ਪੇਜ ਦਾ, ਤੇ ਵਕਤ ਦੇ ਹਿਸਾਬ ਨਾਲ ਉਹਦਾ ਹੈਡਿੰਗ ਸੀਗਾ ਵੀ ਗਦਰ ਦੀ ਗੂੰਜ, ਮੈਗਜ਼ੀਨ ਦੇ ਸੰਦਰਭ ਵਿੱਚ ਆਜ਼ਾਦੀ ਦਾ ਸੰਕਲਪ। ਤੁਸੀਂ ਉਹਦੇ ਚੋਂ ਕੋਈ ਉਸ ਵੇਲੇ ਦੀ ਗਦਰ ਗੂੰਜ ਦੀ ਕੋਈ ਕਵਿਤਾ ਦਰਸ਼ਕਾਂ ਨੂੰ ਸੁਣਾ ਸਕਦੇ? ਉੱਥੇ ਦੇਖੋ ਜੀ, ਮੈਂ ਜਿਹੜੀ ਰਿਸਰਚ ਕਰਕੇ ਜੋ ਮੈਨੂੰ ਉੱਥੋਂ ਅਖਬਾਰ, ਜੋ ਗਦਰ ਗੂੰਜ ਅਖਬਾਰ ਸੀਗੀ, ਉਹਦੇ ਬੇਸ ਦੇ ਉੱਤੇ ਪੇਪਰ ਲਿਖਿਆ ਗਿਆ। ਉਹਦੇ ਵਿੱਚੋਂ ਹੀ ਮੈਂ ਤੁਹਾਨੂੰ ਇੱਕ ਨਮੂਨਾ ਤੁਹਾਨੂੰ ਦੱਸਦਾ ਕਿ ਉਹਦੇ ਵਿੱਚ ਹੁਣ ਨਾਮ ਨਹੀਂ ਸੀ ਲਿਖਿਆ ਗਿਆ ਕਿ ਕਿਹਦੀ ਕਵਿਤਾ ਸੀ, ਲੇਕਿਨ ਮੈਂ ਜਦੋਂ ਰਿਸਰਚ ਕੀਤੀ ਹੈ ਉਹਦੇ ਮੈਂ ਤੁਹਾਨੂੰ ਕੁਛ ਲਾਈਨਾਂ ਸੁਣਾਉਣਾ। ਪਰਉਪਕਾਰ
ਕਾਰਨ ਗੁਰਾ ਸਾਜਿਆ ਸੀ, ਹੱਥੀ ਕੀਤਾ ਸੀ ਜੰਗ ਕਮਾਲ ਸਿੰਘੋ। ਭਾਰਤ ਵਰਸ਼ ਤੋਂ ਜ਼ੁਲਮ ਜਟਾਇਆ ਸੀ, ਬਹੁਤ ਕਰਕੇ ਜੰਗੋ ਮੈਦਾਨ ਜਾਦਾਨ ਸਿੰਘੋ। ਇਸ ਹਿੰਦ ਦੀ ਰੱਖਿਆ, ਇਸ ਹਿੰਦ ਦੀ ਕਰਨ ਖਾਤਰ, ਇਸ ਹਿੰਦ ਦੀ ਰੱਖਿਆ ਕਰਨ ਖਾਤਰ, ਇਸ ਹਿੰਦ ਦੀ ਰੱਖਿਆ ਕਰਨ ਖਾਤਰ ਵਾਰ ਦਿੱਤੇ ਸਨ ਜਿਗਰ ਦੇ ਲਾਲ ਸਿੰਘੋ। ਬੰਦੇ ਆਣ ਕੇ ਰੱਖਿਆ ਖੂਬ ਕੀਤੀ, ਤਦੋਂ ਪੰਥ ਦਾ ਹੋਇਆ ਮਾਲੋ ਮਾਲ ਸਿੰਘੋ। ਪਿੱਛੇ ਸਿੰਘ ਰਣਜੀਤ ਨੇ ਜ਼ੋਰ ਪਾਇਆ, ਪਿੱਛੇ ਸਿੰਘ ਰਣਜੀਤ ਨੇ ਜ਼ੋਰ ਪਾਇਆ, ਕੀਤੀ ਆਕੀਆਂ ਦਾ ਮੰਦਾ ਹਾਲ ਸਿੰਘੋ। ਹਰੀ ਸਿੰਘ ਵਰਗੇ ਜਰਨੈਲ ਸੂਰੇ, ਨੇਕ ਦਿਲ ਆਜ਼ਾਦ ਖਿਆਲ ਸਿੰਘੋ। ਫੂਲਾ ਸਿੰਘ ਅਕਾਲੀ ਸੀ ਵੱਡਾ ਸੂਰਾ, ਨਿਤ ਰੱਖਦਾ ਓਟ ਅਕਾਲ ਸਿੰਘੋ। ਜਦੋਂ ਸਿੰਘ ਦਲੀਪ ਨੂੰ ਕੈਦ ਕੀਤਾ, ਪਿਆ ਵਿੱਚ ਪੰਜਾਬ ਪੁਚਾਲ ਸਿੰਘੋ। ਪਾਏ ਵਿੱਚ ਪੰਜਾਬ ਅੰਗਰੇਜ਼ ਜ਼ਾਲਮ, ਦਿੱਤਾ ਮੁਲਕ ਨੂੰ ਕਰ ਕੰਗਾਲ ਸਿੰਘੋ। ਇਹ ਜਿਹੜੀ ਮੈਂ ਪਰਚਾ ਲਿਖਿਆ, ਇਹ ਜ਼ਿਆਦਾ ਕਿਉਂਕਿ ਇੱਕ ਸ਼ਾਇਰ ਹੋਣ ਦੇ ਨਾਤੇ ਮੈਂ ਉਸ ਨੂੰ ਸ਼ਾਇਰੀ ਦੇ ਉੱਤੇ ਹੀ ਬੇਸ ਕੀਤਾ ਹੈ। ਜੋ ਕਵਿਤਾ ਉਸ ਵੇਲੇ ਗਦਰ ਗੂੰਜ ਦੇ ਵਿੱਚ ਅਖਬਾਰ ਦੇ ਵਿੱਚ ਲਿਖੀ ਜਾਂਦੀ ਸੀ, ਉਹ ਉਹਨਾਂ ਦੀ ਬੜੀ ਉਸ ਵਕਤ ਦੇ ਬੜੀ ਜੁਝਾਰੂ ਕਵਿਤਾ ਸੀ ਤੇ ਉਹਦਾ ਅਸਰ ਵੀ ਪਿਆ। ਉਹਦਾ ਅਸਰ ਪਿਆ ਕਿ ਉਹਨਾਂ ਨੂੰ ਇੱਕ ਮਤਲਬ ਇੱਕ ਕਿਸਮ ਦਾ ਬੜੀ ਹੱਲਾਸ਼ੇਰੀ ਮਿਲੀ ਜਿਹੜੇ ਸਾਡੇ ਗਦਰੀ ਬਾਬੇ ਹੋਏ ਨੇ, ਤੇ ਇਸ ਕਰਕੇ ਉਹਨਾਂ ਨੇ ਜਿਹੜਾ ਯੁੱਧ ਆਪਣਾ ਸੀਗਾ, ਇਹ ਗੱਲ ਵੱਖਰੀ ਹੈ। ਜੋ ਉਹਨਾਂ ਦਾ ਸੁਪਨਾ ਸੀ ਉਹ ਅੱਜ ਕਿੰਨੇ ਕੁ ਅਸੀਂ ਆਜ਼ਾਦ ਹੈ, ਉਹ ਆਪਾਂ ਸਾਰਿਆਂ ਨੂੰ ਪਤਾ। ਤੇ ਆਪਾਂ ਹੁਣ ਦੇਖਦੇ ਹਾਂ ਵੀ ਸਭ ਨੂੰ ਪਤਾ ਸਾਨੂੰ ਵੀ ਉਸ ਵੇਲੇ ਦਾ ਜਿਹੜਾ ਸਾਹਿਤ ਸੀ, ਉਹਨਾਂ ਦਾ ਆਮ ਲੋਕਾਂ ਨੂੰ ਹਲੂਣਨ ਤੇ ਜਗਾਉਣ ਤੇ ਬੜਾ ਅਸਰ ਪਿਆ। ਬਹੁਤ ਅਸਰ। ਪਰ ਕੀ ਤੁਸੀਂ ਸੋਚਦੇ ਹੋ ਵੀ ਜਿਹੜਾ ਅੱਜ ਸਾਹਿਤ ਲਿਖਿਆ ਜਾ ਰਿਹਾ ਹੈ, ਹਾਂਜੀ, ਹਨਾ, ਉਹਦਾ ਅਸਰ ਆਮ ਲੋਕਾਂ ਤੇ ਕੀ ਪੈਂਦਾ ਹੈ? ਉਹਦਾ ਕੋਈ ਅਸਰ ਪੈਂਦਾ ਵੀ ਹੈ ਜਾਂ ਨਹੀਂ? ਦੇਖੋ ਜੀ, ਇਹ ਸਵਾਲ ਜਿਹੜਾ ਬੜਾ ਕੰਪਲਿਕੇਟਡ ਸਵਾਲ ਆ। ਇਹ ਡਿਪੈਂਡ ਕਰਦਾ ਵੀ ਲਿਖਣ ਵਾਲਾ ਉਹਦੀ ਸੋਚ ਕਿਹੋ ਜਿਹੀ। ਹਾਂਜੀ, ਨਹੀਂ ਮੇਰਾ ਮਤਲਬ ਇਹ ਹੈ ਵੀ ਆਪਣੀ ਜਿਹੜੀ ਜੋ ਸਾਹਿਤਕਾਰ ਨੇ, ਜੋ ਉਹਨਾਂ ਦੀ ਆਵਾਜ਼ ਹੈ, ਵੀ ਉਹ ਲੋਕਾਂ ਤੱਕ ਕਿੰਨੀ ਕੁ ਜਾਂਦੀ ਹੈ, ਲੋਕਾਂ ਤੱਕ ਪਹੁੰਚਦੀ ਹੈ। ਲੋਕ ਪੜ੍ਹਦੇ ਨੇ, ਕਿਤਾਬਾਂ ਪੜ੍ਹਦੇ ਨੇ। ਅੱਜ ਕੱਲ ਮੀਡੀਆ ਦਾ ਯੁੱਗ ਹੈ, ਇੰਟਰਨੈਟ ਦੇ ਉੱਤੇ ਇੰਨਾ ਨਹੀਂ ਦੇਖਣ ਵਿੱਚ ਆਉਂਦਾ ਪੰਜਾਬੀ ਸਾਹਿਤ ਨੂੰ। ਉਹ ਪਾਉਣਾ ਚਾਹੀਦਾ ਕਿਉਂਕਿ ਸਾਡਾ ਜਿਹੜਾ ਵਿਰਸਾ ਆ ਉਹ ਬਹੁਤ ਅਮੀਰ ਵਿਰਸਾ ਆ। ਸਾਡਾ ਜਿਹੜਾ ਸਾਹਿਤ ਆ ਉਹ ਬੜਾ ਅਮੀਰ ਸਾਹਿਤ ਆ ਜੋ ਲਿਖਿਆ ਗਿਆ ਹੈ, ਲੇਕਿਨ ਲੋਕ ਉਸ ਨੂੰ ਪੜ੍ਹਦੇ ਆ। ਕਿਤਾਬਾਂ ਸਾਡੀਆਂ ਜਿਹੜੀਆਂ ਹੈਗੀਆਂ ਉਹ ਲਾਇਬ੍ਰੇਰੀ ਦੇ ਵਿੱਚੋਂ ਹਨ, ਇੰਟਰਨੈਟ ਦੇ ਉੱਤੇ ਵੀ ਬੜਾ ਸਾਹਿਤ ਜਿਹੜਾ ਹੈ ਲੋਕ ਉਹਨੂੰ ਪੜ੍ਹਦੇ ਆ ਔਰ ਉਸ ਦੇ ਉੱਤੇ ਅਸਰ ਵੀ। ਤੁਸੀਂ ਮੀਡੀਆ ਦੀ ਗੱਲ ਕੀਤੀ ਆ, ਜਿਹੜਾ ਹੁਣ ਮੀਡੀਆ ਪੰਜਾਬ ਟੈਲੀਵਿਜ਼ਨ ਹੈ, ਹਾਂਜੀ, ਜਿਹੜੀ ਆਪਣੀ ਅੱਜ ਦੀ ਚਰਚਾ ਹੈ, ਹਾਂਜੀ, ਜਾਂ ਆਪਾਂ ਹੋਰ ਸ਼ਖਸੀਅਤਾਂ ਨੂੰ ਲੈ ਕੇ ਆਉਣੇ ਆ, ਇਹਦਾ ਕਾਰਨ ਹੀ ਇਹੀ ਆ। ਹਾਂਜੀ, ਹਾਂਜੀ, ਇਹਦਾ ਕਾਰਨ ਹੀ ਇਹ ਆ। ਜੇ ਤੁਹਾਨੂੰ ਉਹ ਦੇਖਣਗੇ, ਤੁਹਾਨੂੰ ਸਮਝਣਗੇ, ਉਹਨਾਂ 'ਚ ਰੁਚੀ ਪੈਦਾ ਹੋ। ਬਿਲਕੁਲ ਬਿਲਕੁਲ। ਇਹਨਾਂ ਨੇ ਬਹੁਤ ਹੀ ਵਧੀਆ ਕਦਮ ਚੱਕਿਆ ਹੈ। ਬਿਲਕੁਲ, ਇਹ ਤਾਂ ਤੇ ਇਹਦੇ ਨਾਲ ਸਾਨੂੰ ਆਪਾਂ ਨੂੰ ਜੁੜਨਾ ਵੀ ਚਾਹੀਦਾ ਹੈ। ਬਿਲਕੁਲ, ਇਹ ਬੜੀ ਵਧੀਆ ਗੱਲ ਆਖੀ ਹੈ ਤੁਸੀਂ, ਕਿਉਂਕਿ ਪਹਿਲਾਂ ਹੁੰਦਾ ਸੀਗਾ ਬਈ ਆਪਾਂ ਕਿਤਾਬਾਂ ਰਾਹੀਂ, ਜਿੱਦਾਂ ਹੁਣ ਤੁਸੀਂ ਗੁਰਬਖਸ਼ ਸਿੰਘ ਪ੍ਰੀਤ ਲੱਡੀ ਦਾ ਨਾਮ ਲੈ ਲਓ, ਜਾਂ ਤੁਸੀਂ ਅੰਮ੍ਰਿਤਾ ਪ੍ਰੀਤਮ ਦਾ ਨਾਮ ਲੈ ਲਓ, ਜਾਂ ਮੋਹਨ ਸਿੰਘ ਦਾ ਨਾਮ ਲੈ ਲਓ, ਸ਼ਿਵ ਕੁਮਾਰ ਬਟਾਲਵੀ ਦਾ ਨਾਮ ਲੈ ਲਓ, ਜਾਂ ਕਿਸੇ ਹੋਰ ਵਰਿਆਮ ਸੰਧੂ ਕਹਾਣੀਕਾਰ ਦਾ ਨਾਮ ਲੈ ਲਓ, ਤੋ ਜਾਂ ਤੁਸੀਂ ਭੱਠਲ ਸਾਹਿਬ ਦਾ, ਤੁਹਾਡੇ ਭਰਾ ਰਵਿੰਦਰ ਭੱਠਲ ਜੀ, ਉਹਨਾਂ ਦਾ ਨਾਮ ਲੈ ਲਓ। ਲੇਕਿਨ ਉਹਨਾਂ ਨੂੰ ਜੇ ਅਸੀਂ ਨਹੀਂ ਦੇਖਿਆ ਤਾਂ ਅੱਜ ਮੀਡੀਆ ਦੇਖੋ ਕਿੰਨਾ ਕੰਮ ਕਰ ਰਿਹਾ। ਬਹੁਤ ਇਹਨੇ ਉਹ ਗਲੋਬਲਾਈਜ਼ ਜਿਹੜਾ ਪਿੰਡ ਹੈ ਇਕੱਠਾ ਕਰ ਦਿੱਤਾ ਸਾਰੇ। ਹਾਂਜੀ, ਹਾਂਜੀ, ਉਹ ਤੁਸੀਂ ਹੁਣ ਟੈਲੀਵਿਜ਼ਨ ਅਸੀਂ ਘਰ 'ਚ ਬੈਠ ਕੇ ਦੇਖਦੇ ਹਾਂ, ਜਾਂ ਜਦੋਂ ਇੰਟਰਨੈਟ ਤੇ ਲੈਪਟਾਪ ਆਪਣੇ ਸਾਰੇ, ਤੁਸੀਂ ਬਾਹਰ ਜਾਂਦੇ ਵੀ ਹੋ, ਸਫ਼ਰ ਕਰਦੇ ਵੀ ਹੋ, ਉਹਦੇ ਵਿੱਚ ਵੀ ਤੁਸੀਂ ਪੜ੍ਹਦੇ ਸੁਣਦੇ ਹੋ। ਤੇ ਉਹਦੇ 'ਚ ਜਿਵੇਂ ਹੁਣ ਕਹਾਣੀਆਂ ਆਮ ਇੰਨੀ ਰੁਝੇਵਾਂ ਭਰੀ ਜ਼ਿੰਦਗੀ ਦੇ ਵਿੱਚ ਕਈਆਂ ਕੋਲ ਵਕਤ ਵੀ ਨਹੀਂ ਹੁੰਦਾ, ਤੇ ਉਹਦੇ ਨਾਲ ਤੁਸੀਂ ਜਦੋਂ ਸੁਣ ਸਕਦੇ ਹੋ, ਹਾਂਜੀ, ਮੀਡੀਆ ਦੇ ਥਰੂ ਇਸ ਤਰ੍ਹਾਂ ਲੱਗਦਾ ਜਿੱਦਾਂ ਤੁਸੀਂ ਰੂਬਰੂ ਗੱਲ ਕਰ ਰਹੇ ਹੋ। ਬੜੇ ਉਹਦੇ ਨਾਲ ਲੋਕਾਂ ਤੱਕ ਗੱਲ ਜ਼ਿਆਦਾ ਜਾਂਦੀ ਹੈ। ਬਿਲਕੁਲ ਸਹੀ ਗੱਲ ਹੈ। ਮੈਂ ਹੈਰਾਨ ਕਿਉਂਕਿ ਮੇਰਾ ਇੱਕ ਪ੍ਰੋਜੈਕਟ ਹੈ, ਉਹਦੇ 'ਚ ਮੈਨੂੰ ਉਹ ਕਿਤਾਬਾਂ ਤਾਂ ਦੁਰਲੱਭ ਹੈ ਕਿਉਂਕਿ ਖਾਸ ਕਰਕੇ ਇੰਗਲੈਂਡ 'ਚ ਬੈਠੇ ਆ। ਇਹਨਾਂ ਸਾਹਿਤ ਜਿਹੜਾ ਮੈਂ ਪੁਰਾਣਾ ਫੋੜ ਰਿਹਾ, ਐਕਚੁਅਲੀ ਜਿਹੜਾ ਮੇਰਾ ਪ੍ਰੋਜੈਕਟ ਹੈ ਉਹ ਉਰਦੂ ਸ਼ਾਇਰੀ, ਫਾਰਸੀ ਸ਼ਾਇਰੀ, ਔਰ ਮੈਂ ਹੈਰਾਨ ਹੋ ਗਿਆ ਮੈਂ ਜਦੋਂ ਉਹ ਕਲਿੱਕ ਕਰਦਾ, ਉਹ ਮਤਲਬ ਪੁਰਾਣੇ ਜਿਹੜੇ ਦਾਗ ਮੋਮਨ ਜਾਂ ਫੈਜ਼ ਅਹਿਮਦ ਫੈਜ਼ ਜਾਂ ਹੋਰ ਜਿਹੜੇ ਆਪ ਸਾਡੇ ਸ਼ਾਇਰ ਹੋਏ ਨੇ,
ਉਹਨਾਂ ਨੂੰ ਲੱਭਣ ਵਿੱਚ ਬਹੁਤ ਆਸਾਨੀ ਮਿਲਦੀ ਹੈ। ਉਹ ਉਹਨਾਂ ਦਾ ਸਾਹਿਤ ਤੁਸੀਂ ਬੜੀ ਆਸਾਨੀ ਨਾਲ ਪੜ੍ਹ ਸਕਦੇ ਹੋ, ਜੋ ਤੁਹਾਨੂੰ ਚਾਹੀਦਾ ਤੁਸੀਂ ਲੈ ਸਕਦੇ ਹੋ ਉਹਦੇ ਤੋਂ, ਇੰਟਰਨੈਟ ਤੋਂ। ਇੱਕ ਸੰਧੂ ਸਾਹਿਬ ਮੈਂ ਗੱਲ ਕਰਨੀ ਹੈ ਜਿਹੜਾ ਅੱਜ ਕੱਲ ਇਹ ਸਾਡੇ ਲਈ ਇੱਕ ਮਸਲਾ ਵੀ ਬਣਿਆ ਹੋਇਆ ਹਾਂਜੀ ਵੀ ਜਿਹੜਾ ਇੱਕ ਬਹੁਤ ਹੀ ਲੱਚਰ ਸਾਹਿਤ ਵੀ ਲਿਖਿਆ ਜਾ ਰਿਹਾ ਹੈ ਉਹ ਹਾਂਜੀ ਹਨਾ ਹਾਂਜੀ ਵੀ ਉਹਦੇ ਲਈ ਸਾਨੂੰ ਜਿਹੜੇ ਅਸੀਂ ਸਾਹਿਤ ਨਾਲ ਜੁੜੇ ਬੰਦੇ ਹਾਂ ਹਾਂਜੀ ਹਾਂਜੀ ਤੇ ਬੁੱਧੀਜੀਵੀ ਨੇ ਸਾਰੇ ਵੀ ਉਹਨਾਂ ਨੂੰ ਕੀ ਕਰਨਾ ਚਾਹੀਦਾ? ਉਹਨਾਂ ਨੂੰ ਇਹੋ ਹੀ ਕਰਨਾ ਚਾਹੀਦਾ ਜੀ, ਜਿਹੜੇ ਤਾਂ ਪ੍ਰਗਤੀਵਾਦੀ ਸ਼ਾਇਰ ਨੇ ਜਾਂ ਕਹਾਣੀਕਾਰ ਨੇ, ਨਾਵਲਕਾਰ ਨੇ, ਉਹਨਾਂ ਨੂੰ ਕੰਡੈਮ ਕਰਨਾ ਚਾਹੀਦਾ ਉਹਨਾਂ ਨੂੰ ਆਪਣੀਆਂ ਲਿਖਤਾਂ ਰਾਹੀਂ ਔਰ ਸਟੇਜਾਂ ਦੇ ਉੱਤੇ ਵੀ, ਕਿਉਂਕਿ ਲੱਚਰ ਜਿਹੜਾ ਇਹ ਤੁਸੀਂ ਲੱਚਰ ਦੇਖੋ, ਹਾਂਜੀ ਗੈਂਗ ਰੇਪ ਹੋਇਆ ਹਾਂਜੀ ਜਾਂ ਇੱਕ 5 ਸਾਲ ਦੀ ਕੁੜੀ, ਜੋ ਵੀ ਹੈ, ਔਰਤ ਨਾਲ ਤਾਂ ਹਮੇਸ਼ਾ ਹੀ ਜ਼ੁਲਮ ਹੁੰਦਾ ਹੀ ਆਇਆ। ਮੈਂ ਤਾਂ ਮੈਂ ਤੁਹਾਨੂੰ ਇਹ ਦੱਸਦਾ, ਮੈਂ ਪਿੱਛੇ ਜੇ ਇੱਕ ਨਜ਼ਮ ਵੀ ਲਿਖੀ ਗੈਂਗ ਰੇਪ, ਉਹਦੇ ਵਿੱਚ ਮੈਂ ਇਹੋ ਹੀ ਕੀਤਾ ਵੀ ਇਹ ਉਹ ਮੈਂ ਪੜ੍ਹੀ ਹੈ ਅੱਜ ਦਾ ਮਸਲਾ ਨਹੀਂ ਹੈ, ਇਹ ਤਾਂ ਪਿੱਛੋਂ ਤੁਰਿਆ ਆ ਰਿਹਾ। ਲੇਕਿਨ ਸਾਡਾ ਫਰਜ਼ ਇਹ ਬਣਦਾ, ਸਾਨੂੰ ਸਾਹਿਤ ਇਦਾਂ ਦਾ ਰਚਨਾ ਚਾਹੀਦਾ ਤਾਂ ਕਿ ਲੋਕ ਪੜ੍ਹ ਕੇ ਆਪਣੀ ਜਿਹੜੀ ਸਾਈਕੀ ਆ, ਸੋਚ ਆ, ਮਾਨਸਿਕ ਸੋਚ ਨੂੰ ਉਹਨੂੰ ਬਦਲ ਸਕਣ, ਹਾਂਜੀ ਉਹਨੂੰ ਬਦਲ ਸਕਣ। ਹਾਂਜੀ ਸਾਡੇ ਔਰ ਕਾਨੂੰਨ ਵੀ ਇਹੋ ਜਿਹੇ ਹੋਣੇ ਚਾਹੀਦੇ ਆ। ਪਿੱਛੇ ਜਿਹਾ ਕੋਈ ਗੀਤ ਸੀਗਾ ਵੀ ਆ ਗਿਆ ਪੋਚਮੀਆਂ ਪੱਗਾਂ ਵਾਲੇ, ਇੱਕ ਤਾਂ ਪੱਗਾਂ ਵਾਲਿਆਂ ਨੂੰ ਬਦਨਾਮ ਕੀਤਾ। ਬੰਦਾ ਹਾਂਜੀ, ਲੋਕਾਂ ਦੇ ਵਿੱਚ ਉਹ ਜਿਹੜੀ ਉਹ ਚਾਹਤ ਆ ਨਾ ਸੈਕਸ ਦੀ, ਉਹਨੂੰ ਉਭਾਰਦੇ ਆ ਇਹ, ਤੋ ਉਹਦੇ ਨਾਲ ਇੱਕ ਕ੍ਰਾਈਮ ਪੈਦਾ ਹੁੰਦਾ। ਅਗਰ ਤੁਸੀਂ ਕ੍ਰਾਈਮ ਨੂੰ ਸਟਾਪ ਕਰਨਾ ਹੈ ਤੇ ਉਹਦੇ ਵਿੱਚ ਜਿਹੜੇ ਸਾਹਿਤਕਾਰ ਨੇ ਉਹਨਾਂ ਦਾ ਇਹ ਫਰਜ਼ ਬਣਦਾ ਆ ਆਪਣੇ ਇਨਾਮਾਂ ਤੋਂ ਦੂਰ ਰਹਿ ਕੇ ਸਮਾਜ ਦੇ ਕਲਿਆਣ ਵਾਸਤੇ, ਮਨੁੱਖ ਦੇ ਭਲੇ ਵਾਸਤੇ ਸਾਹਿਤ ਰਚਣਾ ਚਾਹੀਦਾ। ਮੇਰਾ ਤਾਂ ਹਾਂਜੀ ਮੇਰਾ ਤਾਂ ਬਹੁਤ ਵਧੀਆ ਗੱਲ ਹੈ, ਬਿਲਕੁਲ, ਕਿ ਸਾਡਾ ਫਰਜ਼ ਹੈ। ਹਾਂਜੀ ਨਹੀਂ ਤਾਂ ਅਸੀਂ ਸਾਹਿਤਕਾਰ ਨਹੀਂ, ਨਹੀਂ ਤਾਂ ਸਾਹਿਤਕਾਰ ਨਹੀਂ। ਜੇ ਅਸੀਂ ਆਪਣੇ ਗਲਾਂ 'ਚ ਹਾਰ ਹੀ ਪਾਉਣੇ ਤਾਂ ਸਾਹਿਤਕਾਰ ਨਹੀਂ। ਬਹੁਤ ਸਾਰੇ ਲੋਕ ਇਦਾਂ ਦੇ ਨੇ ਬੜੇ ਬੜੇ ਜਿਨ੍ਹਾਂ ਦੇ ਨਾਮ ਵੀ ਪੰਜਾਬੀ ਸਾਹਿਤ ਅੰਦਰ, ਉਹ ਇਹੋ ਹੀ ਲਿਖਦੇ ਵੀ ਮੈਂ ਜੇ ਐਡਾ ਵੱਡਾ 500 ਪੇਜ ਦਾ ਜਾਂ ਕਿੰਨੇ ਪੇਜ ਦਾ ਨਾਵਲ ਲਿਖੂੰਗਾ ਵੀ ਮੈਨੂੰ ਸ਼ਾਇਦ ਇਹ ਕਿਸੇ ਯੂਨੀਵਰਸਿਟੀ ਵਿੱਚ ਲੱਗ ਜਾਊਗਾ। ਕਈ ਤਾਂ ਇਸੇ ਮਕਸਦ ਦੇ ਨਾਲ ਲਿਖਦੇ ਆ। ਲੇਕਿਨ ਮੈਂ ਇਹ ਗੱਲ ਤਾਂ ਹੁੰਦੀ ਹੈ ਜੋ ਤੁਸੀਂ ਕਹਿਣਾ ਚਾਹੁੰਦੇ ਹੋ, ਹਾਂਜੀ ਹਾਂਜੀ, ਉਹ ਪਹੁੰਚਦੀ ਹੈ ਕਿ ਨਹੀਂ? ਉਹ ਪਹੁੰਚੇਗੀ। ਤੁਹਾਡੀ 2 ਮਿੰਟ ਦੀ ਕਵਿਤਾ 'ਚ ਵੀ ਪਹੁੰਚ ਜੂਗੀ ਜੇ ਬਿਲਕੁਲ ਤੁਸੀਂ ਮੈਸੇਜ ਕਹਿ ਕਲੀਅਰ ਸਕਦੇ ਹੋਣਾ ਹੋ। ਚਾਹੀਦਾ। ਹਾਂਜੀ। ਜਿਹੜਾ ਤੁਹਾਡਾ ਮੈਸੇਜ ਆ ਉਹ ਬੜਾ ਸਪਸ਼ਟ, ਵੈਰੀ ਕਲੀਅਰ ਔਰ ਮਨੁੱਖ ਦੇ ਦਿਲ ਨੂੰ ਟੁੰਬਣ ਵਾਲਾ ਹੋਣਾ ਚਾਹੀਦਾ, ਤਾਂ ਕਿ ਉਹ ਆਪਣੀ ਸੋਚ ਨੂੰ ਬਦਲ ਸਕੇ। ਉਹ ਫਿਰ ਆਪਣਾ ਜਿਹੜਾ ਰਸਤਾ ਆ ਉਹ ਜੇ ਮਾੜੇ ਪਾਸੇ ਚੰਗੇ ਪਾਸੇ, ਇਹ ਸਾਡੀ ਕਲਮ ਦਾ ਹੀ ਫਰਜ਼ ਉਹੀ ਹੈ ਜੀ, ਨਰੋਆ ਸਾਹਿਤ ਹੈ ਜਿਹੜਾ, ਉਹ ਨਰੋਆ ਸਮਾਜ ਪੈਦਾ ਕਰ ਸਕਦਾ। ਬਿਲਕੁਲ 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 ਤੇ ਸਹੀ ਗੱਲ ਇਹ ਹੈ। ਸਾਡੀ ਜਿਵੇਂ ਲੇਖਕਾਂ ਦੀ ਜ਼ਿੰਮੇਵਾਰੀ ਵੀ ਬਣ ਜਾਂਦੀ ਹੈ। ਪਹਿਲਾ ਸਾਡਾ ਫਰਜ਼ ਹੀ ਇਹੋ ਆ। ਅਸੀਂ ਕੋਈ ਸੋਚ ਸਵਾਦ ਵਾਸਤੇ ਨਹੀਂ ਲਿਖਦੇ। ਮੈਂ ਤਾਂ ਨਹੀਂ ਲਿਖਦਾ, ਨਾ ਮੇਰੇ ਉਸਤਾਦ ਜੀ ਜਿਨ੍ਹਾਂ ਤੋਂ ਮੈਂ ਇਹ ਮਤਲਬ ਮੈਨੂੰ ਕਿਹਾ ਵੀ ਇਹ ਸੁਨੇਹਾ ਗਾਂ ਦੀ ਗਾਂ ਪਹੁੰਚਾਉਣਾ। ਮੈਂ ਤਾਂ ਇਹੋ ਜੋ ਮਨੁੱਖ ਦੀ ਪੀੜ ਹੈ ਉਹਨੂੰ ਆਪਣੀ ਪੀੜ ਸਮਝ ਕੇ, ਮਨੁੱਖ ਦੀ ਪੀੜ ਮੇਰੀ ਪੀੜ ਹੀ ਆ, ਮੈਂ ਉਸ ਨੂੰ ਗਾਂ ਉਹਦਾ ਦਾ ਜਿਹੜਾ ਸੁਨੇਹਾ ਹੈ ਉਹ ਤੋਰਦਾ ਤਾਂ ਕਿ ਅਸੀਂ ਚੰਗੇ ਸਮਾਜ ਦੀ ਸਿਰਜਣਾ ਕਰ ਸਕੀਏ। ਸੱਗੂ ਸਾਹਿਬ, ਕੀ ਤੁਸੀਂ ਦਰਸ਼ਕਾਂ ਨੂੰ ਦੱਸ ਸਕਦੇ ਹੋ ਵੀ ਇੱਕ ਸਾਹਿਤਕਾਰ, ਇੱਕ ਸੰਵੇਦਨਸ਼ੀਲ ਵਿਅਕਤੀ ਤੇ ਆਮ ਵਿਅਕਤੀ ਦੇ ਵਿੱਚ ਫਰਕ ਕੀ ਹੈ? ਦੇਖੋ ਜੀ, ਫਰਕ ਇਹਦੇ ਵਿੱਚ ਇਹ ਆ ਵੀ ਉਹ ਜਿਹੜਾ ਸਾਹਿਤਕਾਰ ਆ, ਜਿਹੜਾ ਸੰਵੇਦਨਸ਼ੀਲ ਆ, ਉਹ ਸਾਹਿਤ ਦੇ ਨਾਲ ਜੁੜਿਆ। ਉਹ ਕੱਲਾ ਪੰਜਾਬੀ ਸਾਹਿਤ ਨੂੰ ਨਹੀਂ ਪੜ੍ਹਦਾ, ਉਹ ਬਾਕੀ ਹੋਰ ਭਾਸ਼ਾਵਾਂ ਦੇ ਵਿੱਚ ਜਿਹੜੇ ਸਾਹਿਤਕਾਰ ਹੋਏ ਨੇ, ਵੱਡੇ ਵੱਡੇ ਸਕਾਲਰਸ ਹੋਏ ਨੇ, ਉਹਨਾਂ ਦੀ ਰਚਨਾ ਦਾ ਵੀ ਅਧਿਐਨ ਕਰਦਾ ਹੈ। ਉਹਨਾਂ ਦੇ ਵਿੱਚੋਂ ਸੇਧ ਮਿਲਦੀ ਹੈ। ਜਿਹੜਾ ਸਾਹਿਤ, ਤੁਹਾਡੇ ਕਹਿਣ ਦਾ ਮਤਲਬ ਹੈ ਵੀ ਲਿਖਣ ਤੋਂ ਪਹਿਲਾਂ ਤੁਹਾਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ। ਬਿਲਕੁਲ ਜ਼ਰੂਰੀ ਹੈ। ਅਗਰ ਤੁਹਾਡੇ ਅੰਦਰ ਕੁਛ ਨਾ ਹੋਊਗਾ ਤਾਂ ਤੁਸੀਂ ਕੀ ਮਤਲਬ ਹੈ ਨਾ, ਫੋਕੀਆਂ ਟਾਰਾਂ ਨਹੀਂ, ਫੋਕੀਆਂ ਟਾਰਾਂ ਉਹਦਾ ਤੁਸੀਂ ਕਿੱਦਾਂ। ਦੇਖੋ, ਸ਼ਬਦਾਂ ਦਾ ਭੰਡਾਰ ਅਥਾਹ ਆ। ਅੱਜ ਕੱਲ ਨਵੇਂ ਸ਼ਬਦ ਆ ਰਹੇ। ਸਾਡੇ ਟਾਈਮ ਦੇ ਵਿੱਚ ਮੈਂ ਕਈ ਵਾਰੀ ਹੈਰਾਨ ਹੁੰਦਾ, ਨਵੇਂ ਸ਼ਬਦ ਬਹੁਤ ਆ ਰਹੇ ਆ। ਪੰਜਾਬੀ ਭਾਸ਼ਾ ਨੇ ਬਹੁਤ ਤਰੱਕੀ ਕੀਤੀ ਆ, ਉਹਦੇ ਵਿੱਚ ਨਵੇਂ ਸ਼ਬਦ ਆਏ। ਮੈਨੂੰ ਨਹੀਂ ਪਤਾ ਲੱਗਦਾ, ਮੈਂ ਡਿਕਸ਼ਨਰੀ ਫੋਲਦਾ। ਕਈ ਵਾਰੀ ਫਾਰਸੀ ਦੇ ਲਫ਼ਜ਼ ਹੁੰਦੇ ਆ, ਜਜ਼ਬ ਕਰ ਲੈਂਦੇ ਨੇ, ਫਾਰਸੀ ਦੇ ਲਫ਼ਜ਼ ਹੁੰਦੇ ਆ, ਕਈ ਇਹੋ ਜਿਹੇ ਲਫ਼ਜ਼ ਨੇ ਇੰਗਲਿਸ਼ ਦੇ, ਹਾਂਜੀ, ਉਹ ਸਾਨੂੰ ਆਪਣੇ ਲੱਗਦੇ ਆ। ਹਾਂਜੀ ਹਾਂਜੀ। ਉਸ ਦੀ ਮੈਂ ਇੱਕ ਤੁਹਾਨੂੰ ਉਦਾਹਰਨ ਦਿੰਦੀ ਹਾਂ। ਮੈਂ ਯੂਨੀਵਰਸਿਟੀ 'ਚ ਸੀ ਤੇ ਅਸੀਂ ਜਦੋਂ ਸ਼ਹਿਰ ਪਟਿਆਲੇ ਮੈਂ ਯੂਨੀਵਰਸਿਟੀ 'ਚ ਪੜ੍ਹੀ ਹਾਂ, ਠੀਕ ਹੈ, ਤੇ ਅਸੀਂ ਉੱਥੋਂ 12 ਦਰੀ ਆਏ ਤੇ ਉੱਥੋਂ ਅਸੀਂ
ਰਿਕਸ਼ੇ ਵਾਲੇ ਨੂੰ ਕਿਹਾ ਵੀ ਤੂੰ ਸਾਨੂੰ ਵਿਸ਼ਵ ਵਿਦਿਆਲੇ ਲੈ ਚੱਲ। ਠੀਕ ਹੈ। ਉਹਨੇ ਇੰਨੇ ਗੇੜੇ ਦਿੱਤੇ ਉੱਥੇ, ਹਾਂਜੀ। ਹਨਾ, ਕਹਿੰਦਾ ਮੈਨੂੰ ਤਾਂ ਪਤਾ ਨਹੀਂ ਵਿਸ਼ਵ ਵਿਦਿਆਲੇ ਵਿਸ਼ਵ ਵਿਦਿਆਲੇ ਹੈਗਾ, ਵਿਸ਼ਵ ਦਾ ਮਤਲਬ ਕੀ ਹੈ? ਮੈਂ ਕਿਹਾ ਭਾਈ ਤੂੰ ਸਾਨੂੰ ਯੂਨੀਵਰਸਿਟੀ ਲੈ ਜਾ। ਹਾਂਜੀ। ਕਹਿੰਦਾ ਪਹਿਲਾਂ ਪੰਜਾਬੀ ਚ ਦੱਸਣਾ ਸੀਗਾ। ਬਸ ਇਹਦਾ ਵੀ ਇਹ ਜਜ਼ਬਾ, ਹਾਂਜੀ, ਜਜ਼ਬ ਹੋ ਜਾਂਦੇ ਨੇ ਵਿੱਚ। ਤੁਸੀਂ ਹੁਣ ਸਵਾਲ ਕੀਤਾ ਵੀ ਆਮ ਆਦਮੀ ਦੇ ਵਿੱਚ ਤੇ ਪੜ੍ਹੇ ਲਿਖੇ ਦੇ ਵਿੱਚ ਆਹੀ ਫਰਕ ਹੈ। ਆਹੀ ਫਰਕ ਇਹ ਤੁਹਾਡੇ ਸਵਾਲ ਦਾ ਜਵਾਬ ਹੀ ਇਹੋ ਹੀ ਹੈ। ਹਾਂਜੀ। ਤੋ ਇਸ ਕਰਕੇ ਬਈ ਜਿਹੜਾ ਸਾਹਿਤਕਾਰ ਆ ਉਹਨੂੰ ਵੱਧ ਤੋਂ ਵੱਧ ਪੜ੍ਹਨਾ ਚਾਹੀਦਾ ਆ। ਅੱਛੀਆਂ ਰਚਨਾਵਾਂ ਪੜ੍ਹਨੀਆਂ ਚਾਹੀਦੀਆਂ। ਕੱਲ ਅਸੀਂ ਜਿੱਥੇ ਹਿਟਲਰ ਨੇ ਇੰਨਾ ਜ਼ੁਲਮ ਕੀਤਾ, ਜਿੱਥੇ ਭੱਠੀਆਂ ਦੇ ਵਿੱਚ ਬੇਗੁਨਾਹ ਲੋਕ ਲੱਖਾਂ ਦੀ ਤਾਦਾਦ ਦੇ ਵਿੱਚ, ਕੱਲ ਦਿਲ ਕੰਬ ਗਿਆ। ਉਹ ਮੇਰੇ ਵਾਸਤੇ ਇੱਕ ਨਵਾਂ, ਮੇਰੇ ਇੱਕ ਦਿਲ 'ਚ ਚਾਹਨਾ ਸੀ, ਮੈਂ ਜਗ੍ਹਾ ਦੇਖਣੀ ਚਾਹੁੰਦਾ। ਕੱਲ ਮੈਂ ਜਦੋਂ ਉੱਥੇ ਅੰਦਰ ਵੜਿਆ ਤੇ ਉਹ ਉੱਥੇ ਦਾ ਐਟਮੋਸਫੀਅਰ ਜਿਹੜਾ ਹੈਗਾ ਉਹ ਇੰਨਾ ਭੈ ਖਾਂਦਾ ਸੀ। ਮੈਂ ਬਹੁਤ ਕੱਲ ਅੱਖਾਂ ਮੇਰੀਆਂ ਨਮ ਹੋਈਆਂ ਉਹ ਸੀਨ ਦੇਖ ਕੇ, ਉਹ ਭੱਠੀਆਂ ਦੇਖ ਕੇ। ਉਹ ਟੈਰਰਿਸਟ ਬਹੁਤ ਹੀ ਮਾੜਾ ਮਨੁੱਖਤਾ ਦਾ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਪਾਂ ਭੁਪਿੰਦਰ ਸਿੰਘ ਸੱਗੂ ਜੀ ਹੋਰਾਂ ਨਾਲ ਗੱਲਬਾਤ ਕਰ ਰਹੇ ਸੀ ਤੇ ਮੈਨੂੰ ਤੇ ਇਹਨਾਂ ਦੀ ਗੱਲਬਾਤ ਨਾਲ ਬੜਾ ਲੁਤਫ ਆ ਰਿਹਾ ਹੈ। ਉਮੀਦ ਹੈ ਤੁਸੀਂ ਵੀ ਇੰਜੋਏ ਕਰ ਰਹੇ ਹੋਵੋਗੇ, ਆਨੰਦ ਮਾਣ ਰਹੇ ਹੋਵੋਗੇ। ਤੇ ਆਓ ਆਪਾਂ ਹੁਣ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਫਿਰ ਇਹਨਾਂ ਦੇ ਨਾਲ ਇਹ ਹੀ ਸਿਲਸਿਲਾ ਜਾਰੀ ਰਹੇਗਾ। ਧੰਨਵਾਦ। ਦੋ ਗੱਲਾਂ ਪ੍ਰੋਗਰਾਮ ਕਰਨ ਵਿੱਚ ਜੇ ਤੁਸੀਂ ਹੁਣੇ ਜੁੜੇ ਹੋ ਤਾਂ ਸਾਡਾ ਇਸ ਦੂਸਰੇ ਹਿੱਸੇ ਵਿੱਚ ਤੁਹਾਡੇ ਨਾਲ ਆਉਣ ਦਾ ਬਹੁਤ-ਬਹੁਤ ਸਵਾਗਤ ਹੈ। ਮੀਡੀਆ ਪੰਜਾਬ ਟੈਲੀਵਿਜ਼ਨ ਤੁਹਾਡਾ ਸਵਾਗਤ ਕਰਦਾ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਪਾਂ ਥੋੜ੍ਹੇ ਜਿਹੇ ਵਕਫੇ ਤੋਂ ਪਹਿਲਾਂ ਭੁਪਿੰਦਰ ਸਿੰਘ ਸੱਗੂ ਜੀ ਹੋਰਾਂ ਨਾਲ ਗੱਲਬਾਤ ਕਰ ਰਹੇ ਸੀਗੇ ਤੇ ਆਓ ਫਿਰ ਆਪਾਂ ਇਸ ਗੱਲਬਾਤ ਨੂੰ ਅੱਗੇ ਜਾਰੀ ਰੱਖੀਏ। ਭੁਪਿੰਦਰ ਸਿੰਘ ਜੀ ਤੁਹਾਡਾ ਫਿਰ ਸਵਾਗਤ ਹੈ। ਥੈਂਕ ਯੂ ਜੀ। ਤੇ ਤੁਸੀਂ ਆਪਾਂ ਪਿੱਛੇ ਥੋੜੇ ਮਿੰਟ ਪਿੱਛੇ ਆਪਾਂ ਜਦੋਂ ਗੱਲਬਾਤ ਕਰ ਰਹੇ ਸੀ ਤਾਂ ਤੁਸੀਂ ਹਿਟਲਰ ਬਾਰੇ ਕੋਈ ਗੱਲ ਕਰਦੇ ਸੀ ਕਿ ਉਸ ਬਾਰੇ ਥੋੜਾ ਜਿਹਾ ਹੋਰ ਚਾਨਣਾ ਪਾ ਸਕਦੇ ਹੋ? ਦੇਖੋ ਜੀ, ਮੇਰੀ ਇੱਕ ਚਾਹਨਾ ਸੀਗੀ ਬਈ ਹਿਟਲਰ ਨੇ ਜਿੱਥੇ ਇੰਨਾ ਜ਼ੁਲਮ ਕੀਤਾ, ਜਿੱਥੇ ਉਹਦੀਆਂ ਭੱਠੀਆਂ ਸੀਗੀਆਂ, ਜਿੱਥੇ ਉਹ ਰੱਖਦਾ ਸੀ, ਮਨੁੱਖਤਾ ਦਾ ਘਾਣ ਕਰਦਾ ਸੀ, ਵੀ ਉਹ ਇੱਕ ਜਗ੍ਹਾ ਦੇਖੀ ਜਾਏ। ਤੋ ਖੁਸ਼ਕਿਸਮਤੀ ਮੇਰੀ ਇਹ ਆ ਕਿ ਮੈਂ ਜਰਮਨੀ ਵਿੱਚ ਆਇਆ। ਹਾਂਜੀ। ਔਰ ਜਰਮਨੀ ਵਿੱਚ ਆਉਣ ਦੇ ਕਾਰਨ ਇੱਥੋਂ ਇੱਕ ਟੂਰ ਅਸੀਂ ਕੱਲ ਕਾਫੀ ਜਣੇ ਗਏ ਆ ਉੱਥੇ ਦੇਖਣ। ਉਹ ਪਿੰਡ ਦਾ ਨਾਂ ਹੈਗਾ, ਸ਼ਹਿਰ ਦਾ ਨਾਂ ਹੈਗਾ ਵਾਈਮਰ। ਵਾਈਮਰ ਦੇ ਵਿੱਚ ਗਏ ਆ ਤੇ ਉਹ ਇੱਕ ਜੰਗਲ ਆ। ਕਿਸੇ ਨੂੰ ਕੁਝ ਨਹੀਂ ਪਤਾ ਵੀ ਇਸ ਜੰਗਲ ਦੇ ਵਿੱਚ ਕੀ ਹੋ ਰਿਹਾ, ਇੱਕ ਪਰਦੇ ਦੇ ਵਿੱਚ ਕੀ ਹੋ ਰਿਹਾ। ਤੋ ਜਦੋਂ ਉੱਥੇ ਅਸੀਂ ਉਸ ਸ਼ਹਿਰ ਦੇ ਵਿੱਚ ਵੜੇ ਆ ਤੇ ਉੱਥੋਂ ਬੜਾ ਭੈ ਆਉਂਦਾ। ਉਹ ਜੋ ਸੜਕ ਜਾਂਦੀ ਹੈ ਵਲ ਖਾਂਦੀ ਤੇ ਉਹ ਬੜਾ ਭੈ ਆਉਂਦਾ। ਤੁਸੀਂ ਪਹਿਲੀ ਵਾਰੀ ਕੱਲ ਗਏ? ਹਾਂਜੀ, ਪਹਿਲੀ ਵਾਰੀ ਮੈਂ ਪਹਿਲੀ ਵਾਰੀ ਗਿਆ। ਮੈਂ ਜਰਮਨੀ ਚ ਵੈਸੇ ਦੂਸਰੀ ਵਾਰੀ ਆਇਆ, ਲੇਕਿਨ ਇਸ ਜਗ੍ਹਾ ਮੈਂ ਪਹਿਲੀ ਵਾਰੀ ਗਿਆ। ਤੋ ਮੈਂ ਕੁਛ ਉੱਥੋਂ ਲੀਫਲੇਟ ਲੈ ਕੇ ਆਇਆ, ਕੁਝ ਜੋ ਮੈਂ ਆਪਣੇ ਜਿਹਦੇ ਤੇ ਸਿਰਜਣਾ ਵੀ ਕਰੂੰਗਾ ਕਵਿਤਾ ਦੇ ਉੱਤੇ। ਤੋ ਇਹ ਭੱਠੀਆਂ ਨੇ ਇਹ ਜਿਹੜੀਆਂ। ਹਾਂਜੀ। ਇਹ ਭੱਠੀਆਂ ਦੇ ਵਿੱਚ ਮਨੁੱਖ ਨੂੰ ਕਿਵੇਂ ਉਹ ਮਾਰਿਆ ਜਾਂਦਾ ਸੀਗਾ। ਜਿਉਂਦਿਆਂ ਨੂੰ ਉੱਥੇ ਹੁੱਕਾਂ ਨੇ ਇੱਕ ਰੂਮ ਦੇ ਵਿੱਚ ਉਹ ਬੰਨ੍ਹ ਕੇ ਤੇ ਬਸ ਟੰਗ ਦਿੰਦੇ ਸੀਗੇ। ਇੰਨਾ ਤੜਫਾ ਕੇ ਜ਼ੁਲਮ, ਬਹੁਤ ਹੀ ਜ਼ੁਲਮ ਦਰਦਨਾਕ ਸੀਗਾ। ਤੋ ਇਸ ਦੇ ਨਾਲ ਇੱਕ ਉੱਥੋਂ ਦੇ ਜਰਮਨੀ ਦੇ ਫਿਲਾਸਫਰ ਹੋਏ ਨੇ ਡਾਕਟਰ ਗੈਟੇ ਫਿਲਾਸਫਰ ਹੋਏ ਨੇ। ਮੈਂ ਆਪਣੇ ਨੂਰ ਸਾਹਿਬ ਜੀ ਦੇ ਕੋਲੋਂ, ਉਸਤਾਦ ਜੀ ਦੇ ਕੋਲੋਂ ਇਹ ਗੱਲ ਸੁਣੀ ਸੀਗੀ ਤੇ ਉਹ ਅਕਸਰ ਫਰੇਜ਼ ਵਰਤਿਆ ਕਰਦੇ ਸਨ, ਕਲਾਕਾਰ ਭਾਸ਼ਣ ਨਾ ਦੇ, ਕਲਾ ਸਿਰਜ। ਇਹ ਉਸੇ ਹੀ ਫਿਲਾਸਫਰ ਦਾ ਸ਼ਹਿਰ ਵੀ ਹੈ। ਤੋ ਉਹਨਾਂ ਦਾ ਘਰ ਘਾਟ ਮੈਨੂੰ ਦੇਖਣ ਦਾ ਮੌਕਾ ਤਾਂ ਨਹੀਂ ਮਿਲਿਆ ਕਿਉਂਕਿ ਕਿਸੇ ਨੂੰ ਪਤਾ ਨਹੀਂ ਹੈ ਵੀ ਉਹਦਾ ਘਰ ਹੈ ਕਿੱਥੇ, ਲੇਕਿਨ ਇਹ ਉਹ ਸ਼ਹਿਰ ਉਸ ਦਾ ਸੀਗਾ। ਤੋ ਇਹ ਵੀ ਮਤਲਬ ਇੱਕ ਮੈਨੂੰ ਮਾਣ ਵਾਲੀ ਗੱਲ ਹੈ ਵੀ ਉੱਥੇ ਜਾਣ ਦਾ ਮੌਕਾ ਮਿਲਿਆ। ਤੋ ਜ਼ੁਲਮ ਜਿਹੜਾ ਉਸ ਵੇਲੇ ਵੀ ਹੋ ਰਿਹਾ, ਜ਼ੁਲਮ ਅੱਜ ਵੀ ਹੋ ਰਿਹਾ, ਲੇਕਿਨ ਉਹਨਾਂ ਦੇ ਰੂਪ ਬਦਲੇ ਨੇ। ਤੋ ਮਨੁੱਖਤਾ ਦੇ ਘਾਣ ਨੂੰ ਸਟਾਪ ਕਰਨ ਵਾਸਤੇ ਕਲਾਕਾਰਾਂ ਦਾ ਇਹ ਫਰਜ਼ ਹੈ ਕਿ ਜਿੱਥੇ ਵੀ ਕਿਸੇ ਵੀ ਕੰਟਰੀ ਦੇ ਵਿੱਚ ਕਿਸੇ ਵੀ ਧਰਮ, ਜਾਤ, ਮਜ਼ਹਬ ਦੇ ਨਾਲ ਜ਼ੁਲਮ ਹੋ ਰਿਹਾ ਉਸ ਦਾ ਖੰਡਨ ਕਰੇ ਔਰ ਚੰਗੇ ਸਾਹਿਤ ਦੀ ਰਚਨਾ ਕਰੇ ਤਾਂ ਕਿ ਇਹ ਜੋ ਜ਼ੁਲਮ ਹੈ ਇਹ ਮਰ ਮੁੱਕ ਜਾਵੇ।
तो मेरी एज ए एक शायर ਇਹੋ ਹੀ ਮਤਲਬ ਬੇਨਤੀ ਹੈ। ਹਾਂ, ਕਿਉਂਕਿ ਤੁਸੀਂ ਸੰਵੇਦਨਸ਼ੀਲ ਪਰਸਨ ਹੋ ਹਾਂਜੀ ਹੈ ਨਾ, ਤੁਹਾਡੇ ਤੇ ਉੱਥੇ ਵੀ ਕਈ ਸਵਾਲ ਜਿਹੜੇ ਤੁਸੀਂ ਹੁਣ ਦੱਸੇ ਨੇ ਹਾਂਜੀ। ਇਹ ਤੁਹਾਡੇ ਮਨ ਅੰਦਰ ਪੈਦਾ ਹੋਏ। ਹਾਂਜੀ ਹਾਂਜੀ ਸਾਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਇਹ ਆਪਣੇ ਮਨ ਜੋ ਕੱਲ ਅਸਰ ਕਬੂਲ ਕਰਕੇ ਲਿਆਏ ਹੋ ਹਾਂਜੀ। ਉਹ ਦਰਸ਼ਕਾਂ ਦੇ ਨਾਲ ਸਾਂਝਾ ਮੈਂ ਕੀਤਾ ਤੁਹਾਨੂੰ ਹੈ। ਇੱਕ ਨਾਲ ਹੋਰ ਦੱਸਦਾ ਕਿ ਪਿਛਲੇ ਸਾਲ ਮੈਨੂੰ ਅਮਰੀਕਾ ਜਾਣ ਦਾ ਮੌਕਾ ਮਿਲਿਆ, ਹਾਂਜੀ ਤਾਂ ਮੈਂ ਸੈਨ ਫਰਾਂਸਿਸਕੋ ਗਿਆ। ਇੱਕ ਮੇਰੇ ਦਿਲ ਦੇ ਵਿੱਚ ਚਾਹਨਾ ਇਹ ਵੀ ਸੀ ਵੀ ਉੱਥੇ ਇੱਕ ਜੇਲ੍ਹ ਆ, ਨਹੀਂ, ਉਹ ਮੈਂ ਦੇਖੀ ਗੋਲਡਨ ਟਾਵਰ ਦੇ ਨਾਲ ਨਾ ਇੱਕ ਜੇਲ੍ਹ ਆ, ਹਾਂਜੀ ਤਾਂ ਮੈਂ ਉਹ ਵੀ ਦੇਖ ਕੇ ਆਇਆ। ਉਹਦੇ ਉੱਤੇ ਵੀ ਮੈਂ ਨਜ਼ਮ ਲਿਖੀ ਆ, ਤਾਂ ਇਹਦੇ ਉੱਤੇ ਵੀ ਲਿਖਾਂਗਾ। ਕਿ ਉਹ ਨਾਜ਼ਮ ਤੁਹਾਨੂੰ ਯਾਦ ਹੈ? ਕਿਉਂਕਿ ਉਹ ਹਜੇ ਪੂਰੀ ਨਹੀਂ ਅੱਛਾ, ਹੋਈ। ਪੂਰੀ। ਮੈਂ ਸਮਝਦਾ ਵੀ ਉਹ ਹਜੇ ਕੱਚੀ ਨਜ਼ਮ ਸੁਣਾਉਣੀ, ਉਹਦਾ ਮੈਸੇਜ ਜਿਹੜਾ ਕਲੀਅਰ ਨਹੀਂ ਹੈ, ਤਾਂ ਇਸ ਕਰਕੇ ਮੈਂ ਉਹਦੇ ਤੇ ਮਿਹਨਤ ਕਰ ਰਿਹਾ। ਹੋਰ ਉਹ ਮਿਹਨਤ ਦੀ ਉਹਨੂੰ ਲੋੜ ਹੈ, ਤਾਂ ਮਿਹਨਤ ਤੋਂ ਬਗੈਰ ਮੈਂ ਕਦੀ ਇਸ ਤਰ੍ਹਾਂ ਚੀਜ਼ ਨਹੀਂ ਬੋਲੀ। ਹਾਂਜੀ, ਸਾਨੂੰ ਉਡੀਕ ਕਰੋ। ਹਾਂ ਬਿਲਕੁਲ ਬਿਲਕੁਲ, ਪਰਚਿਆਂ ਦੇ ਵਿੱਚ ਮੇਰਾ ਅਕਸਰ ਸ਼ਬਦਾਂ ਰਹਿੰਦਾ, ਤਾਂ ਉਹ ਜ਼ਰੂਰ ਉਹ ਰੂਬਰੂ ਪਾਠਕਾਂ ਦੇ ਰੂਬਰੂ ਆਏਗੀ। ਹਾਂਜੀ ਤੇ ਤੁਹਾਡਾ ਸਾਹਿਤ ਰਚਨਾ ਤੋਂ ਹਾਂਜੀ, ਇਲਾਵਾ ਵੀ ਕੋਈ ਹੋਰ ਸ਼ੌਂਕ ਨੇ? ਸ਼ੌਕ ਤਾਂ ਬਹੁਤ ਹੈ ਜੀ। ਹਾਂਜੀ, ਦੱਸੋ ਦੀ ਦਰਸ਼ਕਾਂ ਨਾਲ ਸਾਂਝੇ ਕਰੋ ਸ਼ੌਕ ਤਾਂ ਤੁਸੀਂ। ਬਹੁਤ ਹੈ। ਦੇਖੋ ਜੀ, ਪਹਿਲਾਂ ਮੈਂ ਭੰਗੜੇ ਦੀ ਟੀਮ ਦੇ ਵਿੱਚ ਵੀ ਰਿਹਾ, ਹਾਂਜੀ ਔਰ ਇੰਡੀਆ ਦੇ ਵਿੱਚ ਵੀ ਤੇ ਇੱਥੇ ਵੀ ਮੈਂ ਅਲਗੋਜੇ ਸਿੱਖੇ ਆ। ਹਾਂਜੀ, ਹਾਂਜੀ ਅਲਗੋਜੇ ਸਿੱਖੇ ਕਿੱਥੋਂ ਤੁਸੀਂ? ਅਲਗੋ- ਕਿਉਂ ਮੈਂ ਤੁਹਾਨੂੰ ਅਲਗੋਜੇ ਹਾਂਜੀ ਗਾਉਂਦਿਆਂ ਸੁਣਿਆ। ਹਾਂਜੀ, ਇਹ ਅਸਲ ਦੇ ਵਿੱਚ ਇਸ ਤਰ੍ਹਾਂ ਹੋਇਆ ਕਿ ਮੈਂ ਕਾਫੀ ਛੋਟਾ ਸੀਗਾ ਤੇ ਜਲੰਧਰ ਮੈਨੂੰ ਜਾਣ ਦਾ ਮੌਕਾ ਮਿਲਿਆ, ਜਿੱਥੇ ਮੇਰੇ ਮਾਮਾ ਜੀ ਰਹਿੰਦੇ ਸਨ। ਤੇ ਉੱਥੇ ਇੱਕ ਤੁਹਾਨੂੰ ਪਤਾ ਵੀ ਪਹਿਲਾਂ ਉਹ ਸਪੀਕਰ ਚੁਬਾਰੇ ਤੇ ਰੱਖ ਕੇ ਤੇ ਹਾਂਜੀ ਉਹਦੀ ਆਵਾਜ਼ ਆਈ ਅਲਗੋਜ਼ਿਆਂ ਦੀ, ਤਾਂ ਪਤਾ ਲੱਗਾ ਵੀ ਬਿਲਕੁਲ ਨਾਲ ਹੀ ਹੈ ਮੇਰੇ ਮਾਮੇ ਦੇ ਗੁਆਂਢ ਹੀ ਚੱਲ ਰਿਹਾ ਪ੍ਰੋਗਰਾਮ। ਉੱਥੇ ਨਰਿੰਦਰ ਬੀਬਾ ਜੀ ਆਏ ਸਨ, ਤਾਂ ਮੈਂ ਚਲੇ ਗਿਆ। ਉਹ ਕਿਸੇ ਦਾ ਵਿਆਹ ਸੀਗਾ ਤੇ ਉੱਥੇ ਜਾ ਕੇ ਦੇਖ ਰਿਹਾ, ਤਾਂ ਬੀਬਾ ਜੀ ਨੇ ਵਾਰ ਗਾਈ ਜਿਨ੍ਹਾਂ ਨਾਲ ਬੇਲੀ ਰਾਮ ਜੀ ਅਲਗੋਜ਼ੇ ਵਜਾਉਂਦੇ ਸੀਗੇ। ਹਾਂਜੀ ਵਾਰ ਸੀਗੀ ਭਈ ਗਗਨ ਦਮਾਮਾ ਵੱਜਿਆ ਸਿੰਘੋ ਸਰਦਾਰੋ, ਵੈਰੀ ਚੜ ਕੇ ਆ ਗਿਆ ਯਾਦ ਲਲਕਾਰੋ। ਤਾਂ ਉਹ ਐਸੇ ਅਲਗੋਜ਼ਿਆਂ ਦੀ ਮੇਰੇ ਅੰਦਰ ਉਹ ਜਿਹੜੀ ਉਹਨਾਂ ਦੀ ਟਿਊਨ ਲੈ ਗਈ। ਤਾਂ ਮੈਂ ਫਿਰ ਮਾਮੇ ਦੇ ਘਰ ਨਹੀਂ ਗਿਆ, ਮੈਂ ਸਿੱਧਾ ਇੱਕ ਨਕੋਦਰ ਪੁਲੀ ਦੇ ਉੱਤੇ ਅਛਰ ਸਿੰਘ ਨਾਂ ਦਾ ਆਦਮੀ ਬਜ਼ੁਰਗ, ਉਹ ਅਲਗੋਜ਼ੇ ਵੇਚਦਾ ਹੁੰਦਾ ਸੀ ਤੱਪੜ ਵਿਛਾ ਕੇ, ਤੇ ਮੈਨੂੰ ਪਤਾ ਸੀ ਵੀ ਉੱਥੇ ਮਿਲਣਾ। ਮੈਂ ਸਿੱਧੇ ਜਾ ਕੇ ਉੱਥੋਂ ਅਲਗੋਜ਼ੇ ਲਏ, ਤਾਂ ਫਿਰ ਉਹਨੂੰ ਹੌਲੀ ਹੌਲੀ ਸਿੱਖਣਾ ਸ਼ੁਰੂ ਕੀਤਾ। ਤੇ ਜਦੋਂ ਮੈਂ ਰਾਤ ਨੂੰ ਟਿਕੀ ਰਾਤ ਤੇ ਫੂਕਾ ਮਾਰਦਾ ਸੀ, ਮੈਨੂੰ ਆਉਂਦੇ ਨਹੀਂ ਸੀ। ਤਾਂ ਮੇਰੇ ਹੀ ਗੁਆਂਢ ਇੱਕ ਸ਼ਖਸ ਬਿੱਕਰ ਸਿੰਘ ਜਿਹਦਾ ਨਾਂ ਸੀਗਾ, ਉਹਨੂੰ ਆਉਂਦੇ ਸੀ। ਉਹ ਨਾਇਬ ਕੋਟੀਏ ਜਿਹੜੇ ਭਲਵਾਨ ਪੁਰਾਣੇ ਜਿਹੜੇ ਲੋਕ ਨੇ, ਜਦੋਂ ਇੰਡੀਆ ਪਾਕਿਸਤਾਨ ਇਕੱਠਾ ਹੁੰਦਾ ਸੀਗਾ, ਕਿਤੇ ਉਹਨਾਂ ਨੇ ਸੰਗਤ ਕੀਤੀ ਸੀ। ਤੇ ਉਹਨੇ ਮੈਨੂੰ ਆਵਾਜ਼ ਮਾਰ ਕੇ ਕਿਹਾ ਬਈ ਇਹ ਲਿਆ, ਮੈਂ ਵਜਾ ਕੇ ਤੈਨੂੰ ਦਿਖਾਵਾਂ। ਤੇ ਉਹ ਜਦੋਂ ਉਹਨਾਂ ਨੇ ਵਜਾਏ ਤੇ ਮੇਰੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਕਿ ਮੈਨੂੰ ਕੋਈ ਮਿਲ ਗਿਆ ਦੱਸਣ ਬਾਰੇ। ਫਿਰ ਸਾਹ ਕਿਵੇਂ ਉਲਟਾਉਣਾ, ਫਿਰ ਉਹਨਾਂ ਨੇ ਮੈਨੂੰ ਦੱਸਿਆ। ਫਿਰ ਉਸ ਤੋਂ ਬਾਅਦ ਜਦੋਂ ਮੈਂ ਕਾਲਜ ਦੇ ਵਿੱਚ ਗਿਆ ਤੇ ਉੱਥੇ ਇੰਟਰ ਕਲਾਸ ਤੇ ਇੰਟਰ ਯੂਨੀਵਰਸਿਟੀ ਇੱਦਾਂ ਮੁਕਾਬਲੇ ਹੋਇਆ ਕਰਦੇ ਸਨ, ਜਦੋਂ ਕਿ ਗੁਰਦੇਵ ਸਿੰਘ ਫਿਰ ਤੁਸੀਂ ਸਿੱਖਿਆ ਚੰਗੀ ਤਰ੍ਹਾਂ। ਹਾਂਜੀ ਹਾਂ, ਫਿਰ ਗੁਰਦੇਵ ਸਿੰਘ ਕੋਇਲ ਦੇ ਨਾਲ ਇੱਕ ਦਰਸ਼ਨ ਰਾਮ ਜੀ ਵਜਾਉਂਦੇ ਸਨ। ਫਿਰ ਮੈਂ ਉਹਨਾਂ ਨੂੰ ਉਸਤਾਦ ਧਾਰਿਆ, ਉਹਨਾਂ ਦੇ ਕੋਲੋਂ ਫਿਰ ਮੈਂ ਇਹ ਅਲਗੋਜ਼ੇ ਚੰਗੀ ਤਰ੍ਹਾਂ ਸਿੱਖੇ। ਤੇ ਕੀ ਤੁਹਾਨੂੰ ਇਹਦੇ ਬਾਰੇ ਕੋਈ ਗਿਆਨ ਆ ਵੀ ਅਲਗੋਜ਼ੇ ਜਿਹੜਾ ਸ਼ਬਦ ਹੈ ਹਾਂਜੀ, ਇਹ ਕਿੱਥੋਂ ਨਿਕਲਿਆ? ਦੇਖੋ ਜੀ, ਇਹ ਸਾਡੇ ਕਿਵੇਂ ਪਿਆ? ਮੈਂ ਤਾਂ ਮੋਟਾ ਜਿਹਾ ਇਹੋ ਹੀ ਆ ਵੀ ਕਿੱਥੋਂ ਨਿਕਲਿਆ, ਕਿਉਂਕਿ ਉਦੋਂ ਪਿੰਡਾਂ ਦੇ ਵਿੱਚ ਲੋਕ ਅਨਪੜ੍ਹ ਹੁੰਦੇ ਸੀ, ਉਹਨਾਂ ਦਾ ਐਂਟਰਟੇਨਮੈਂਟ ਦਾ ਇੱਕ ਸਾਧਨ ਇਹ ਕਿੱਥੋਂ ਆਏ, ਕਿੱਦਾਂ ਆਏ, ਜਿਵੇਂ ਬੰਸਰੀ ਹੈ ਬੰਸਰੀ ਹੈ। ਜਾਂ ਹਾਰਮੋਨੀਅਮ ਹੈ ਜਾਂ ਸਤਾਰ ਹੈ, ਇਸੇ ਤਰ੍ਹਾਂ ਇਹ ਵੀ ਮਤਲਬ ਕਾਰਡ ਕਿਉਂਕਿ ਹੈ ਕਿਸੇ ਸਾਡੇ ਦੀ। ਸੱਭਿਆਚਾਰ ਚੋਂ, ਸਾਡੇ ਸਮਾਜ ਚੋਂ ਇਹ ਸ਼ਬਦ ਹੀ ਗਵਾਚਦੇ ਜਾਂਦੇ ਨੇ। ਬਿਲਕੁਲ ਗਵਾਚਦੇ ਜਾਂਦੇ, ਗਵਾਚਦੇ ਸਾਨੂੰ ਜਾਂਦੇ। ਸੰਭਾਲ ਕਰਨ ਦੀ ਸਾਨੂੰ ਲੋੜ ਹੈ। ਇਹ ਮੈਂ ਸਮਝਦਾ ਵੀ ਜਿਹੜਾ ਇਹ ਮੀਡੀਆ ਜੋ ਇਲੈਕਟ੍ਰੋਨਿਕ ਦਾ ਮੀਡੀਆ ਹੈ, ਇਹਦਾ ਬਹੁਤ ਵੱਡਾ ਰੋਲ ਹੈ। ਇਹ ਮੁੜ ਕੇ ਫੇਰ ਸਰਜੀਤ ਹੋਏਗਾ, ਹਾਂਜੀ ਮੁੜ ਕੇ ਫੇਰ ਸਰਜੀਤ ਹਾਂਜੀ, ਹੋਏਗਾ। ਇੱਕ ਮੇਰੀ ਵੀ ਚਾਹਨਾ ਹੈ ਤੇ ਸ਼ਾਇਦ ਦਰਸ਼ਕਾਂ ਦੀ ਵੀ ਹੋਵੇ ਹਾਂਜੀ ਕਿ ਤੁਸੀਂ ਇਸ ਬੜੇ ਅਦਭੁਤ ਹਾਂਜੀ ਸਾਜ਼ ਨੂੰ ਹਾਂਜੀ। ਦਰਸ਼ਕਾਂ ਸਾਹਮਣੇ ਪੇਸ਼ ਕਰੋਗੇ। ਠੀਕ ਹੈ, ਮੈਂ ਅਲਗੋਜ਼ੇ ਲੈ ਲੈਂਦਾ, ਮੈਂ ਤੁਹਾਨੂੰ ਹਾਂ। ਕੁਝ ਵਜਾ ਕੇ ਦਿਖਾਲਦਾ। ਦੇਖੋ ਜੀ, ਮੈਂ ਇਹਨੂੰ ਬੜੇ ਸ਼ਿੰਗਾਰਿਆ, ਔਰ ਮੇਰੀ ਖੁਸ਼ਕਿਸਮਤੀ ਹੈ ਮੈਨੂੰ ਸਾਰਾ ਯੂਰਪ ਔਰ ਤੁਰਕੀ ਜਾਣ ਦਾ ਵੀ ਮੌਕਾ ਮਿਲਿਆ। ਮੈਂ ਅਲਗੋਜ਼ਿਆਂ ਦੇ ਸਿਰ ਤੇ ਸਾਰਾ ਯੂਰਪ ਦੇਖਿਆ। ਹੋਰ ਕਿਹੜੇ ਕੰਟਰੀ ਵਿੱਚ ਗਏ? ਮੈਂ ਤੁਰਕੀ ਦੇ ਵਿੱਚ ਗਿਆ, ਬਾਕੀ ਮੈਂ ਜਿਹੜਾ ਇੱਥੇ ਜਰਮਨ ਦੇ ਵਿੱਚ ਆਇਆ ਤੇ ਆਪਣੇ ਬੈਲਜੀਅਮ ਵਗੈਰਾ ਇੱਧਰ ਸਾਰੇ ਜਿੱਥੇ ਜਿੱਥੇ ਆਪਣੇ ਪੰਜਾਬੀ ਭਾਈਚਾਰਾ ਵਸਦਾ ਹੈ, ਤੋਂ ਭੰਗੜੇ ਦੀਆਂ ਟੀਮਾਂ ਦੇ ਨਾਲ ਮੈਂ ਜਾਂਦਾ ਰਿਹਾ।
ਔਰ ਉਹਨਾਂ ਦੇ ਨਾਲ ਮੈਂ ਅਲਗੋਜ਼ੇ ਵਜਾਉਂਦਾ ਰਿਹਾ। ਸੋ ਜਿਹੜਾ ਦੇਸ਼ ਵਿਦੇਸ਼ ਦਾ ਭਰਮਣ ਹੈ, ਹਾਂਜੀ, ਇਹ ਅਲਗੋਜੇ ਤੁਹਾਡੀ ਉਹ ਟਿਕਟ ਨੇ। ਬਿਲਕੁਲ ਸਹੀ ਗੱਲ ਆਖੀ ਹੈ। ਹਾਂ, ਬਿਲਕੁਲ ਸਹੀ ਗੱਲ ਆਖੀ ਹੈ। ਬਿਲਕੁਲ ਮੈਂ ਮਤਲਬ ਇਹਨਾਂ ਦੇ ਬਦੌਲਤ ਸਾਰੇ ਯੂਰਪ ਦਾ ਭ੍ਰਮਣ ਕੀਤਾ। ਦਰਸ਼ਕੋ, ਮੀਡੀਆ ਪੰਜਾਬ ਦੇ ਟੈਲੀਵਿਜ਼ਨ ਦੇ ਰਾਹੀਂ ਅਸੀਂ ਅਲਗੋਜੇ ਸਾਜ਼ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ, ਜੋ ਤੁਹਾਨੂੰ ਹੁਣੇ ਹੀ ਭੁਪਿੰਦਰ ਸਿੰਘ ਸੱਗੂ ਜੀ ਨੇ ਇਸ ਬਾਰੇ ਦੱਸਿਆ, ਤੇ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਨੂੰ ਬਹੁਤ ਹੀ ਪਸੰਦ ਕਰੋਗੇ। ਹਾਂਜੀ, ਆਓ ਜੀ, ਮੈਂ ਸੱਗੂ ਤੁਹਾਨੂੰ ਸਾਹਿਬ। ਕੁਛ ਹਾਂਜੀ ਦਰਸ਼ਕੋ, ਹੈ ਨਾ ਕਮਾਲ। ਮੀਡੀਆ ਪੰਜਾਬ ਟੈਲੀਵਿਜ਼ਨ ਨੇ ਸਾਨੂੰ ਕਿੰਨੇ ਪਿਆਰੇ ਸਾਜ਼ਾਂ ਦੇ ਨਾਲ ਕੀਤਾ, ਤੇ ਇਹ ਸਾਜ਼ਾਂ ਨੂੰ ਵਜਾਉਣ ਵਾਲੇ ਭੁਪਿੰਦਰ ਸਿੰਘ ਸੱਗੂ ਜੀ ਹਨ। ਸੱਗੂ ਜੀ, ਇਹ ਸਾਡੇ ਦਰਸ਼ਕਾਂ ਸਾਹਮਣੇ ਇਹ ਪੇਸ਼ਕਾਰੀ ਕਰਨ ਲਈ ਤੁਹਾਡਾ ਧੰਨਵਾਦ ਹੈ। ਆਓ ਆਪਾਂ ਮੁੜ ਕੇ ਸਾਹਿਤ ਵੱਲ ਮੁੜੀਏ। ਠੀਕ ਹੈ ਜੀ। ਜੋ ਆਪਾਂ ਪਹਿਲਾਂ ਸੰਵੇਦਨਸ਼ੀਲਤਾ ਦੀ ਗੱਲ ਕਰਦੇ ਸੀ, ਸਾਹਿਤ ਦੀ ਗੱਲ ਕਰਦੇ ਸੀਗੇ, ਆਪਾਂ ਸਿਆਣਿਆਂ ਦੇ ਵਿੱਚ ਤਾਂ ਇਹ ਪ੍ਰਭਾਵ ਕਬੂਲ ਕੀਤਾ, ਉਹਨੂੰ ਅਸੀਂ ਮੰਨਿਆ ਵੀ ਆ ਵੀ ਅਸੀਂ ਕੀ ਕਰਦੇ ਹਾਂ ਜਾਂ ਸਾਨੂੰ ਕੀ ਕਰਨਾ ਚਾਹੀਦਾ। ਠੀਕ। ਤੇ ਕੀ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਆ ਜਾਂ ਸਾਡੇ ਬੱਚੇ ਨੇ, ਹਨਾ, ਵੀ ਇਹਨਾਂ ਤੇ ਕੋਈ ਅਸਰ ਹੁੰਦਾ? ਇਹ ਪੜ੍ਹਦੇ ਨੇ, ਜੇ ਨਹੀਂ ਪੜ੍ਹਦੇ ਜਾਂ ਨਹੀਂ ਅਸਰ ਹੁੰਦਾ ਤਾਂ ਉਹਦੇ ਲਈ ਸਾਡੇ ਕੀ ਫਰਜ਼ ਬਣ ਜਾਂਦੇ ਨੇ? ਤੁਹਾਡਾ ਕਹਿਣ ਦਾ ਮਤਲਬ ਪੰਜਾਬੀ ਤੋਂ ਆ ਜਾਂ ਨਹੀਂ, ਸਾਹਿਤ? ਆਪਾਂ ਸਾਰਾ ਸਾਹਿਤ ਜਦੋਂ, ਪਰ ਆਪਾਂ ਹੁਣ ਪੰਜਾਬੀ ਦੀ ਗੱਲ ਕਰਦੇ ਹਾਂ। ਹਾਂਜੀ, ਹਾਂਜੀ। ਪੰਜਾਬੀ ਭਾਈਚਾਰੇ ਨੂੰ ਆਪਾਂ ਸਮਰਪਿਤ ਹਾਂ, ਹਨਾ, ਤੇ ਪੰਜਾਬ ਜਿੰਨੇ ਵੀ ਸਾਰੇ ਦੇਸ਼ ਵਿਦੇਸ਼ ਦੇ ਵਿੱਚ ਪੰਜਾਬੀ ਬੈਠੇ ਨੇ, ਆਪਾਂ ਉਹਨਾਂ ਦੇ ਰੂਬਰੂ ਤੁਹਾਨੂੰ ਕਰਾ ਰਹੇ ਹਾਂ। ਹਾਂਜੀ, ਹਾਂਜੀ। ਤੇ ਆਪਾਂ ਪਹਿਲਾਂ ਆਪਣੇ ਬੱਚਿਆਂ ਤੋਂ ਹੀ ਗੱਲ ਕਰੀਏ। ਬਿਲਕੁਲ, ਮੈਂ ਤੁਹਾਨੂੰ ਦੱਸਦਾ, ਜਿਹੜੇ ਬੱਚੇ ਆ ਉਹ ਸਾਡੇ ਤੋਂ 2 ਕਦਮ ਅੱਗੇ ਆ। ਹਾਂਜੀ। ਇਹਦਾ ਇਹ ਮਤਲਬ ਨਹੀਂ ਵੀ ਜੇ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਤੇ ਉਹ ਬਿਲਕੁਲ ਹੀ ਨਿਲ ਨਹੀਂ ਹੈ। ਉਹ ਜੇ ਗੱਲ ਸਾਡੇ ਸੱਭਿਆਚਾਰ ਦੀ ਕਰਦੇ ਤਾਂ ਅੰਗਰੇਜ਼ੀ ਦੇ ਵਿੱਚ ਵੀ ਕਰਦੇ ਆ। ਬੜਾ ਮੈਨੂੰ ਮੌਕਾ ਮਿਲਿਆ। ਬਾਕੀ ਜਿਹੜੀ ਬੱਚਿਆਂ ਨੂੰ ਪੰਜਾਬੀ ਦੇ ਨਾਲ ਜੋੜਨਾ, ਇਹ ਦੇਖੋ ਜੀ, ਜਦੋਂ ਤੁਸੀਂ, ਮੈਂ ਇੱਥੇ ਤੁਹਾਨੂੰ ਰੁਕੀ ਹਾਂ ਵੀ ਆਪਾਂ ਸੱਭਿਆਚਾਰ ਦੀ ਗੱਲ ਕਰਦੇ ਹਾਂ, ਜੋ ਅੰਗਰੇਜ਼ੀ ਦਾ ਜਾਂ ਹੋਰ ਕੋਈ ਵੀ ਜਰਮਨ ਦਾ ਕਿਤੋਂ ਦਾ ਵੀ ਉਹ ਸਾਹਿਤ ਪੜ੍ਹਦੇ ਨੇ ਜਾਂ ਕਰਦੇ, ਕਈ ਇਹੋ ਜਿਹੇ ਸ਼ਬਦ ਨੇ, ਕਈ ਇਹੋ ਜਿਹੇ ਰਿਸ਼ਤਿਆਂ ਦੇ ਨਾਂ ਨੇ ਜਿਹੜੇ ਉਹ ਹੋਰ ਬੋਲੀਆਂ ਦੇ ਵਿੱਚ ਹੈ ਹੀ ਨਹੀਂ। ਉਹ ਤਾਂ ਦੇਖੋ ਸਾਡਾ ਫਰਜ਼ ਬਣਦਾ ਦੱਸਣਾ, ਉਹ ਤਾਂ ਪੇਰੈਂਟਸ ਦਾ ਬਣਦਾ ਨਾ। ਜੇ ਮੈਂ ਆਪਣੇ ਬੱਚੇ ਨੂੰ ਇਹ ਪੰਜਾਬੀ ਭਾਸ਼ਾ ਦੇ ਨਾਲ ਜੋੜਨਾ ਹੈ ਤਾਂ ਮੈਨੂੰ ਟਾਈਮ ਕੱਢਣਾ ਪੈਣਾ, ਮੈਨੂੰ ਉਹਨਾਂ ਦੇ ਵਿੱਚ ਬੈਠਣਾ ਪੈਣਾ, ਉਹਨਾਂ ਦੇ ਨਾਲ ਪੰਜਾਬੀ ਦੇ ਵਿੱਚ ਗੱਲਬਾਤ ਕਰਨੀ ਪੈਣੀ ਆ। ਜਿੱਦਾਂ ਸਾਡੇ ਮਾਪੇ ਵੀ ਇਹੋ ਕਹਿੰਦੇ ਹੁੰਦੇ ਸੀਗੇ ਵੀ ਤੁਹਾਡਾ ਪਹਿਲਾ ਜਿਹੜਾ ਟੀਚਰ ਆ ਉਹ ਤੁਹਾਡੇ ਮਾਂ-ਬਾਪ ਆ। ਤਾਂ ਮੈਂ ਸਮਝਦਾ ਆ ਵੀ ਸਾਨੂੰ ਆਪਣੇ ਬੱਚਿਆਂ ਨੂੰ ਕੋਲ ਬਹਾਲ ਕੇ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਆ। ਮੈਂ ਤੁਹਾਨੂੰ ਆਪਣੀ ਘਰ ਦੀ ਐਗਜ਼ਾਮਪਲ ਦਿੰਦਾ। ਮੇਰੇ ਬੱਚੀਆਂ ਨੇ 2, ਔਰ ਉਹਨਾਂ ਨੂੰ ਮੈਂ ਘਰ ਤੋਂ ਹੀ ਪੰਜਾਬੀ ਸਿਖਾਲੀ ਹੈ। ਤਾਂ ਪੰਜਾਬੀ ਵਿੱਚ ਉਹਨਾਂ ਨੂੰ ਊੜਾ ਐੜਾ ਜੋ ਸਾਡੇ 35 ਅੱਖਰ ਆ, ਸਿਹਾਰੀ ਬਿਹਾਰੀ, ਉਹ ਸਿਖਾਲ ਕੇ ਫਿਰ ਮੈਂ ਉਹਨਾਂ ਨੂੰ ਸਕੂਲ ਦੇ ਵਿੱਚ ਪੜ੍ਹਨੇ ਪਾਇਆ। ਉਹ ਇਸ ਵੇਲੇ ਤਾਂ ਬੜੀ ਸਾਡੀ ਖੁਸ਼ਕਿਸਮਤੀ ਹੈ ਕਿ ਸਿਲੇਬਸ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਮਾਨਤਾ ਦਿੱਤੀ ਗਈ ਹੈ ਸਾਡੇ ਇੰਗਲੈਂਡ ਦੇ ਵਿੱਚ। ਉੱਥੇ ਤੁਸੀਂ ਇਹ ਜਿਹੜਾ ਜਦੋਂ ਸੰਘਰਸ਼ ਚੱਲਿਆ, ਹਾਂਜੀ, ਉਹਦੇ ਚ ਆਪਣੀ ਪੀੜ੍ਹੀ ਨੇ ਕਾਫੀ ਇਹਦੇ ਲਈ ਕੰਮ ਕੀਤਾ, ਬਹੁਤ ਕੰਮ ਕੀਤਾ। ਹਾਂਜੀ, ਮੇਰੇ ਬੱਚਿਆਂ, ਮੇਰੇ 2 ਬੇਟੀਆਂ ਨੇ B ਗ੍ਰੇਡ ਦੇ ਵਿੱਚ ਪਾਸ ਕੀਤਾ, ਔਰ 14 ਸਾਲ ਦੀ ਉਮਰ ਦੇ ਵਿੱਚ ਮੇਰੀ ਛੋਟੀ ਬੱਚੀ ਨੇ ਇਹ ਮਤਲਬ ਜਿਹੜਾ A ਲੈਵਲ ਸੀਗਾ ਉਹ ਪਾਸ ਕੀਤਾ ਹੈ।
ਆਪਾਂ ਉਹੀ ਗੱਲ ਕਰਦੇ ਸੀ ਨਾ, ਇਕੱਲੀ ਪੰਜਾਬੀ ਦੀ ਨਹੀਂ, ਜਿਸ ਮੁਲਕ ਦੇ ਵਿੱਚ ਤੁਸੀਂ ਰਹਿਣਾ ਹਾਂਜੀ। ਤੁਹਾਨੂੰ ਉਹਦਾ ਵੀ ਗਿਆਨ ਹੋਣਾ ਚਾਹੀਦਾ ਉਹਦਾ ਵੀ ਹੈ। ਗਿਆਨ ਹੋਣਾ ਚਾਹੀਦਾ, ਕਿਉਂਕਿ ਹਾਂਜੀ। ਇਹ ਗਿਆਨ ਤਾਂ ਹੀ ਹੋਏਗਾ ਜੇ ਅਸੀਂ ਭਾਸ਼ਾਵਾਂ ਦਾ, ਹੋਰ ਭਾਸ਼ਾਵਾਂ ਦਾ ਵੀ ਅਧਿਐਨ ਕਰਾਂਗੇ, ਅਸੀਂ ਹੋਰ ਸਾਹਿਤ ਨੂੰ ਵੀ ਪੜ੍ਹਾਂਗੇ। ਤੋ ਇਸ ਕਰਕੇ ਜਦੋਂ ਜਿਹੜੀ ਸਾਡੀ ਪੀੜ੍ਹੀ ਸੀ ਉਹਦਾ ਜਿਸ ਤਰ੍ਹਾਂ ਉਹਦਾ ਆਪਣਾ ਇੱਕ ਵਿਚਾਰ ਲਾ ਲਓ ਹਨਾ, ਹਾਂਜੀ। ਜਾਂ ਅਸੀਂ ਉਦੋਂ ਸਮਝਦੇ ਸੀ ਵੀ ਬਹੁਤ ਉੱਚੇ ਸਾਡੇ ਬੱਚੇ ਅੰਗਰੇਜ਼ੀ ਸਕੂਲਾਂ 'ਚ ਪੜ੍ਹਦੇ ਨੇ, ਇਹ ਹਾਂਜੀ, ਕਰਦੇ ਨੇ, ਹਾਂਜੀ, ਹਾਂਜੀ। ਤੇ ਅਸੀਂ ਉਹਨਾਂ ਦੇ ਨਾਲ ਘਰ ਪੰਜਾਬੀ ਬੋਲਦੇ ਸੀ। ਹਾਂਜੀ ਹਾਂਜੀ ਤੇ ਜਦੋਂ ਤੁਸੀਂ ਉਹ ਸਕੂਲ ਦੇ ਵਿੱਚ ਜਾਂਦੇ ਸੀ ਹਾਂਜੀ। ਤਾਂ ਉਹਨਾਂ ਨੂੰ ਜਿਹੜੀ ਟੀਚਰਾਂ ਦੀ ਗੱਲ ਸੀ ਜਾਂ ਹੋਰ ਸੀ ਉਹ ਸਮਝ ਨਹੀਂ ਸੀ ਆਉਂਦੀ। ਹਾਂਜੀ। ਬਿਕੋਜ਼ ਮੈਂ 1.5 ਸਾਲ ਨਰਸਰੀ 'ਚ ਜਿਹੜਾ ਕੰਮ ਕੀਤਾ, ਠੀਕ ਹੈ। ਉਸ ਕਰਕੇ ਮੈਂ ਤੁਹਾਨੂੰ ਕਹਿੰਦੀ ਆ ਵੀ ਅਸੀਂ ਉਹਨਾਂ ਨੂੰ ਬਰੋਬਰ ਰੱਖਣਾ। ਹਾਂਜੀ, ਉਹਨਾਂ ਨੂੰ ਬਿਲਕੁਲ ਬਿਲਕੁਲ ਇਹ ਸਾਡਾ ਤੇ ਫਰਜ਼ ਹੁਣ ਬਣਦਾ। ਉਹ ਜਿਹੜੇ ਉਹ ਸੰਤਾਪ ਹੰਡਾਉਂਦੇ ਸੀ ਬੱਚੇ, ਹਾਂਜੀ, ਤੇ ਉਹਦੇ ਬਾਰੇ ਤੁਹਾਡਾ ਕੀ ਖਿਆਲ ਸੀ? ਉਹ ਜਿਹੜੇ ਬੱਚੇ ਸੰਤਾਪ ਹੰਡਾਉਂਦੇ ਸੀਗੇ ਉਹ ਮੁੜ ਕੇ ਫੇਰ ਆ ਰਹੇ ਨੇ। ਉਹ ਸਾਡੀ ਭਾਸ਼ਾ ਨੂੰ ਉਹਨਾਂ ਨੂੰ ਉਹਦੇ ਲੋੜ ਮਹਿਸੂਸ ਕਰ ਰਹੇ, ਕਿਉਂਕਿ ਇਸ ਵੇਲੇ ਮੀਡੀਆ ਦਾ ਯੁੱਗ ਹੈ। ਹਾਂਜੀ। ਤਾਂ ਮੀਡੀਆ ਦੇ ਵਿੱਚ ਉਹਨਾਂ ਜਦੋਂ ਦੇਖਦੇ ਆ, ਜਦੋਂ ਬਾਹਰ ਵੀ ਦੇਖਦੇ ਆ ਕਿ ਇਸ ਵੇਲੇ ਸਿੱਖੀ ਦਾ ਜਾਂ ਪੰਜਾਬੀ ਜਦੋਂ ਸਾਡੇ ਮੇਲੇ ਲੱਗਦੇ ਨੇ, ਵਿਸਾਖੀ ਦਾ ਮੇਲਾ ਹੈ ਜਾਂ ਸਾਡੇ ਹੋਰ ਤਿਉਹਾਰ ਦੀਵਾਲੀ ਵਗੈਰਾ ਹੈ, ਉਹਨਾਂ ਦੇ ਅੰਦਰ ਇੱਕ ਚਾਹਨਾ ਪੈਦਾ ਹੁੰਦੀ ਸਿੱਖਣ ਦੀ, ਹੋਰ ਜਾਣਨ ਦੀ। ਸੋ ਇਸ ਕਰਕੇ ਉਹ ਮੁੜ ਕੇ ਫੇਰ ਆਪਣੀਆਂ ਜੜ੍ਹਾਂ ਵੱਲ ਨੂੰ ਆ ਰਹੇ ਨੇ। ਤਾਂ ਸਾਡੇ ਮੀਡੀਆ ਦਾ ਵੀ ਫਰਜ਼ ਇਹੋ ਹੀ ਬਣਦਾ ਬਈ ਉਹ ਆਪਣੇ ਜਿਹੜਾ ਪੰਜਾਬੀ ਸਾਹਿਤ ਹੈ ਜਾਂ ਜਿਹੜਾ ਸਾਡਾ ਕਲਚਰ ਹੈ, ਉਹਦਾ ਕੰਮ ਇਹੋ ਹੀ ਆ ਵੀ ਆਪਣੀਆਂ ਜੜ੍ਹਾਂ ਵੱਲ ਨੂੰ ਲੈ ਕੇ ਆਵੇ। ਤੇ ਜਿਹੜਾ ਮੀਡੀਆ ਪੰਜਾਬ ਟੈਲੀਵਿਜ਼ਨ ਹੈ, ਇਹ ਬਹੁਤ ਵੱਡਾ ਉਹ ਜਿਹੜੀ ਉਪਰਾਲਾ ਕਰ ਅੱਜ ਰਿਹਾ। ਤੁਹਾਡੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ, ਹਾਂਜੀ ਹਾਂਜੀ ਹਨਾ, ਹਾਂਜੀ। ਤੇ ਇਹ ਆਮ ਦਰਸ਼ਕਾਂ ਲਈ, ਆਮ ਸਾਡੀ ਆਉਣ ਵਾਲੀ ਪੀੜ੍ਹੀ ਲਈ ਹਾਂਜੀ। ਕਿੰਨੀ ਇਹ ਬਹੁਤ, ਰੱਖੋਗੀ? ਇਹ ਤਾਂ ਬਹੁਤ ਵੱਡਾ। ਇਹ ਦੇਖੋ ਜੀ, ਮੈਂ ਤਾਂ ਚਾਹੁੰਦਾ ਵੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ। ਬਹੁਤ ਹੀ ਅੱਛਾ। ਔਰ ਜਰਮਨੀ ਦੇ ਵਿੱਚ ਇਹ ਜਿਹੜਾ ਕਦਮ ਉਠਾਇਆ ਗਿਆ ਬਹੁਤ ਹੀ ਸ਼ਲਾਘਾਯੋਗ ਹੈ। ਮੈਂ ਤਾਂ ਬਲਦੇਵ ਸਿੰਘ ਬਾਜਵਾ ਔਰ ਭੈਣ ਜੀ ਨੂੰ, ਉਹਨਾਂ ਦੇ ਮਿਸਿਸ ਬਾਜਵਾ ਜੀ ਨੂੰ ਮੈਂ ਇਹ ਬਹੁਤ ਬਹੁਤ ਵਧਾਈ ਦਿੰਦਾ ਕਿ ਉਹਨਾਂ ਨੇ ਦੇਖੋ ਆਪਣੇ ਰੁਝੇਵਿਆਂ ਦੇ ਵਿੱਚੋਂ ਇਹ ਪਹਿਲਾ ਪੇਪਰ ਚਲਾਇਆ, ਹਾਂਜੀ, ਫਿਰ ਉਹਨਾਂ ਨੇ ਆਪਣੇ ਰੇਡੀਓ, ਹੁਣ ਟੈਲੀਵਿਜ਼ਨ। ਤਾਂ ਮੈਂ ਉਹਨਾਂ ਨੂੰ ਬਹੁਤ ਵਧਾਈ ਦਿੰਦਾ। ਤੇ ਮੈਂ ਦਰਸ਼ਕਾਂ ਨੂੰ ਇਹ ਬੇਨਤੀ ਵੀ ਕਰਦਾ ਕਿਉਂਕਿ ਕੋਈ ਵੀ ਕੰਮ ਜਿਹੜਾ ਉਹ ਬਗੈਰ ਮਾਇਆ ਤੋਂ, ਇਹ ਮੈਂ ਇਸ ਕਰਕੇ ਨਹੀਂ ਕਹਿ ਰਿਹਾ ਵੀ ਮਾਇਆ ਚਾਹੀਦੀ ਹੈ, ਵਪਾਰ ਨਹੀਂ, ਹਾਂਜੀ, ਕਿਉਂਕਿ ਸਾਂਝੀਵਾਲਤਾ ਦੇਖੋ, ਸਾਂਝੀਵਾਲਤਾ ਦੇ ਝੰਡੇ ਹੇਠ ਆ। ਤਾਂ ਇਸ ਕਰਕੇ ਇਹਨਾਂ ਦੀ ਮਾਇਕ ਸਹਾਇਤਾ ਵੀ ਕਰਨੀ ਚਾਹੀਦੀ ਹੈ ਔਰ ਆਪਣੇ ਵਿਚਾਰ ਦੇ ਕੇ ਵੀ ਸਹਾਇਤਾ ਕਰਨੀ ਚਾਹੀਦੀ ਹੈ ਵੀ ਇਹਨਾਂ ਨੂੰ ਕਿਹੋ ਜਿਹੇ ਪ੍ਰੋਗਰਾਮ ਚਾਹੀਦੇ ਨੇ ਔਰ ਇਹ ਫਿਰ ਉਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਲੈ ਕੇ ਆਉਣਗੇ। ਦਰਸ਼ਕੋ, ਦੋ ਗੱਲਾਂ ਕਰੀਆਂ ਦੇ ਵਿੱਚ ਜਿਹੜਾ ਇਹ ਮੀਡੀਆ ਪੰਜਾਬ ਟੈਲੀਵਿਜ਼ਨ ਨੇ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ ਵੱਖ-ਵੱਖ ਸ਼ਖਸੀਅਤਾਂ ਨੂੰ ਲਿਆ ਕੇ ਤੁਹਾਡੇ ਸਾਹਮਣੇ ਪੇਸ਼ ਕਰਨ ਦਾ, ਤੇ ਇਸ ਲਈ ਇਹ ਮੀਡੀਆ ਜਿਹੜਾ ਹੈਗਾ ਟੈਲੀਵਿਜ਼ਨ ਹੈ, ਇਹ ਤੁਹਾਡੇ ਨਾਲ ਵਚਨਬੱਧ ਹੈ ਕਿ ਤੁਹਾਡੇ ਅੱਗੇ ਵੀ ਭਵਿੱਖ ਦੇ ਵਿੱਚ ਵੀ ਵੱਖਰੀਆਂ ਸ਼ਖਸੀਅਤਾਂ ਨਾਲ ਤੁਹਾਨੂੰ ਰੂਬਰੂ ਕਰਦਾ ਰਹੇਗਾ। ਤੇ ਆਪਾਂ ਸੱਗੂ ਸਾਹਿਬ, ਆਪਾਂ ਪਹਿਲਾਂ ਗਜ਼ਲ ਦੀ ਗੱਲ ਕੀਤੀ ਹੈ। ਹਾਂਜੀ। ਤੁਹਾਡੀ ਗਜ਼ਲ ਮੈਨੂੰ ਵੀ ਪਤਾ, ਸਭ ਨੂੰ ਪਤਾ ਹੈ, ਜੋ ਕੀਲ ਕੇ ਰੱਖ ਦਿੰਦੀ ਹੈ ਨਾ, ਸਰੋਤਿਆਂ ਨੂੰ ਕੀਲਦੀ ਹੈ। ਕੀ ਅਸੀਂ ਸਾਡੇ ਦਰਸ਼ਕਾਂ ਨੂੰ ਇੱਕ ਨਮੂਨਾ ਹੋਰ ਪੇਸ਼ ਕਰ ਸਕਦੇ ਹਾਂ? ਹਾਂ ਬਿਲਕੁਲ। ਮੈਂ ਤੁਹਾਨੂੰ ਗਜ਼ਲ ਦੇ ਕੁਝ ਸ਼ੇਰ ਸੁਣਾਉਣਾ। ਇਹ ਗਜ਼ਲ ਮੈਂ ਉਸ ਵੇਲੇ ਲਿਖੀ ਸੀ ਜਦੋਂ ਕਾਲਾ ਦੌਰ ਸੀ ਪੰਜਾਬ ਦੇ ਵਿੱਚ, ਔਰ ਉਸ ਟਾਈਮ ਦੇ ਵਿੱਚ ਇੱਕ ਮੇਰਾ ਦੋਸਤ ਸੀਗਾ, ਜਦੋਂ ਮੈਨੂੰ ਖਬਰ ਮਿਲੀ ਵੀ ਉਹ ਵੀ ਸ਼ਹੀਦ ਹੋ ਗਿਆ, ਤਾਂ ਉਹਦੇ ਵੈਰਾਗ ਦੇ ਵਿੱਚ ਮੈਂ ਕੁਝ ਸ਼ੇਰ ਲਿਖੇ ਸਨ, ਤੇ ਜੋ ਮੈਂ ਸਮਝਦਾ ਵੀ ਦਰਸ਼ਕਾਂ ਦੀ ਮੈਂ ਰੂਬਰੂ ਕਰ ਦਿੰਦਾ। ਉੱਡਦਾ ਕਿਵੇਂ ਮੈਂ ਦੋਸਤਾ ਕੁਤਰੇ ਪਰਾਂ ਦੇ ਨਾਲ, ਉੱਡਦਾ ਕਿਵੇਂ ਮੈਂ ਦੋਸਤਾ ਕੁਤਰੇ ਪਰਾਂ ਦੇ ਨਾਲ, ਦਹਿਸ਼ਤ ਦੇ ਹੱਥੋਂ ਬਚ ਗਿਆ ਲੱਗ ਕੇ ਦਰਾਂ ਦੇ ਨਾਲ, ਦਹਿਸ਼ਤ ਦੇ ਹੱਥੋਂ ਬਚ ਗਿਆ ਲੱਗ ਕੇ ਦਰਾਂ ਦੇ ਨਾਲ, ਮਾਂਜੀ ਦੀ ਬੇੜੀ ਡੁੱਬ ਗਈ ਤੂਫਾਨ ਵੇਖ ਕੇ, ਲੜਦਾ ਮੁਸਾਫਿਰ ਕਿਵੇਂ ਖੂਨੀ ਸਾਗਰਾਂ ਦੇ ਨਾਲ,
ਉੱਡਦਾ ਕਿਵੇਂ ਮੈਂ ਦੋਸਤਾ ਕੁਤਰੇ ਪਰਾਂ ਦੇ ਨਾਲ, ਗੁਜਰੇ ਸਮੇਂ ਦੇਵਾਂਗਿਓ ਮੂੜੋ ਨਾ ਪਰਤਿਆ, ਗੁਜਰੇ ਸਮੇਂ ਦੇਵਾਂਗਿਓ ਮੂੜੋ ਨਾ ਪਰਤਿਆ, ਇੱਕ ਜੁਗ ਤੋਂ ਮੈਂ ਉਡੀਕਦਾ ਲੱਗ ਕੇ ਦਰਾਂ ਦੇ ਨਾਲ, ਇੱਕ ਜੁਗ ਤੋਂ ਮੈਂ ਉਡੀਕਦਾ ਲੱਗ ਕੇ ਦਰਾਂ ਦੇ ਨਾਲ। ਸ਼ੇਰ ਹੈ, ਹਾਂਜੀ, ਅੱਖੀਆਂ ਚੋਂ ਨੀਂਦ ਉੱਡ ਗਈ ਕਿਸਮਤ ਦੀ ਖੇਡ ਦੇਖ, ਅੱਖੀਆਂ ਚੋਂ ਨੀਂਦ ਉੱਡ ਗਈ ਕਿਸਮਤ ਦੀ ਖੇਡ ਦੇਖ, ਹਰ ਇੱਕ ਸੁਪਨਾ ਰਲ ਗਿਆ ਉਜੜੇ ਘਰਾਂ ਦੇ ਨਾਲ, ਸਾਰਾ ਹੋ ਜਾਊ ਸੰਧੂ ਸਾਹਿਬ। ਹਰ ਇੱਕ ਸੁਪਨਾ ਰਲ ਗਿਆ ਉਜੜੇ ਘਰਾਂ ਦੇ ਨਾਲ, ਮੇਰੇ ਮਲੂਕ ਦੋਸਤਾ ਤੂੰ ਸ਼ੀਸ਼ਾ ਦਿਲੇ ਦਾ ਸਾਂਭ, ਮੇਰੇ ਮਲੂਕ ਦੋਸਤਾ ਤੂੰ ਸ਼ੀਸ਼ਾ ਦਿਲੇ ਦਾ ਸਾਂਭ, ਇਹ ਚੂਰ ਨਾ ਹੋ ਜਾਵੇ ਕਿਤੇ ਲੱਗ ਕੇ ਪੱਥਰਾਂ ਦੇ ਨਾਲ। ਤੋਂ ਲਾਸਟ ਹੈ, ਹਾਂਜੀ, ਮੰਦਰਾਂ 'ਚ ਵੈਸ਼ਤ ਨੱਚਦੀ ਤੇ ਦੀਵੇ ਹੋਏ ਨੇ ਗੁਲ, ਮੰਦਰਾਂ 'ਚ ਵੈਸ਼ਤ ਨੱਚਦੀ ਤੇ ਦੀਵੇ ਹੋਏ ਨੇ ਗੁਲ, ਕਰਦਾ ਹੈ ਕੌਣ ਆਰਤੀ ਅੱਜ ਖੰਜਰਾਂ ਦੇ ਨਾਲ, ਕਰਦਾ ਹੈ ਕੌਣ ਆਰਤੀ ਅੱਜ ਖੰਜਰਾਂ ਦੇ ਨਾਲ, ਉੱਡਦਾ ਕਿਵੇਂ ਮੈਂ ਦੋਸਤਾ ਕੁਤਰੇ ਪਰਾਂ ਦੇ ਨਾਲ, ਦਹਿਸ਼ਤ ਦੇ ਹੱਥੋਂ ਬਚ ਗਿਆ ਲੱਗ ਕੇ ਦਰਾਂ ਦੇ ਨਾਲ। ਥੈਂਕ ਯੂ ਵੈਰੀ ਮਚ। ਦਰਸ਼ਕੋ, ਹੈ ਨਾ ਕਮਾਲ ਦੀ ਚੀਜ਼, ਥੈਂਕ ਹੈ ਨਾ, ਇੰਨੇ ਵਧੀਆ ਸ਼ਬਦ, ਇੰਨੇ ਵਧੀਆ ਉਹਨਾਂ ਦੇ ਸ਼ਬਦਾਂ ਦੇ ਪਿੱਛੇ ਸ਼ਬਦ ਹਾਂਜੀ ਜੋ ਨੇ, ਉਹ ਬਹੁਤ ਕਮਾਲ ਹੈ ਜੀ। ਬਹੁਤ ਧੰਨਵਾਦ ਤੁਹਾਡਾ। ਹਾਂਜੀ ਤੇ ਹੁਣ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਵੀ ਤੁਸੀਂ ਇੱਥੇ ਜਰਮਨੀ ਦੇ ਵਿੱਚ ਆਏ, ਹਾਂਜੀ ਹੈ ਨਾ, ਤੁਸੀਂ ਕਵੀ ਦਰਬਾਰ ਵੀ ਦੇਖਿਆ, ਹੈ ਨਾ, ਹਾਂਜੀ। ਤੇ ਟੈਲੀਵਿਜ਼ਨ ਪੰਜਾਬ ਦਾ ਠੀਕ ਇਹਦਾ ਆਗਮਨ ਦੇ ਵਿੱਚ ਵੀ ਤੁਸੀਂ ਸ਼ਮੂਲੀਅਤ ਕੀਤੀ, ਠੀਕ। ਤੇ ਤੁਸੀਂ ਇਹਦਾ ਕੀ ਅਸਰ ਕਬੂਲ ਕੀਤਾ, ਤੇ ਤੁਸੀਂ ਜਦੋਂ ਹੁਣ ਵਾਪਸ ਜਾਣਾ ਹੈ ਹਾਂਜੀ ਵੀ ਉੱਥੇ ਆਪਾਂ ਤੁਸੀਂ ਕੀ ਸੁਨੇਹਾ ਦੇਣਾ ਇਸ ਗੱਲ ਦਾ? ਦੇਖੋ, ਮੈਂ ਜਨਰਲ ਸੈਕਟਰੀ ਹਾਂ ਔਰ ਗਦਰੀ ਬਾਬਿਆਂ ਦਾ ਪ੍ਰੋਗਰਾਮ ਬੜਾ ਅੱਛਾ ਇੱਥੇ ਨਿਭਾਇਆ ਗਿਆ, ਬੜੀ ਅੱਛੀ ਬੜੀ ਸਲੀਕੇ ਦੇ ਨਾਲ ਪ੍ਰੋਗਰਾਮ ਉਲੀਕਿਆ ਔਰ ਨਿਬੇਗਨਤਾ ਸਾਹਿਤੋਂ ਪੂਰਾ ਹੋਇਆ। ਤਾਂ ਮੈਂ ਉੱਥੇ ਆਪਣੀ ਸਟੇਜ ਦੇ ਉੱਤੋਂ ਸੁਨੇਹਾ ਦੇਵਾਂਗਾ ਆਪਣੇ ਸੁਣਨ ਵਾਲਿਆਂ ਨੂੰ ਵੀ, ਆਪਣੇ ਸ਼ਾਇਰਾਂ ਨੂੰ ਵੀ ਅੱਛਾ ਲਿਖੋ, ਸਿਹਤਮੰਦ ਲਿਖੋ, ਤਾਂ ਜੋ ਉਹ ਆਪਣੇ ਸਮਾਜ ਨੂੰ ਸਿਹਤ ਦੇ ਸਕੇ, ਇੱਕ ਚੰਗਾ ਸਮਾਜ ਉਹਦੀ ਸਿਰਜਣਾ ਕਰ ਸਕੇ। ਦਰਸ਼ਕੋ, ਤੁਸੀਂ ਹੁਣੇ ਹੀ ਭੁਪਿੰਦਰ ਸਿੰਘ ਸੱਗੂ ਜੀ ਹੋਰਾਂ ਨੂੰ ਸੁਣਿਆ, ਤੇ ਆਪਾਂ ਇਹਨਾਂ ਦੇ ਵਿਚਾਰ ਜਾਣੇ, ਤੇ ਇਹਨਾਂ ਨੇ ਬਹੁਤ ਹੀ ਪਰਪੱਕ ਗੱਲਾਂ ਕੀਤੀਆਂ ਨੇ ਜਿਨ੍ਹਾਂ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ, ਤੇ ਉਮੀਦ ਹੈ ਕਿ ਅਸੀਂ ਅੱਗੇ ਤੋਂ ਵੀ ਇਹੋ ਜਿਹੇ ਹੀ ਹੋਰ ਵਧੀਆ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਾਂਗੇ। ਤੁਹਾਡਾ ਸਾਡੇ ਨਾਲ ਰਲਣ ਦਾ, ਤੁਹਾਡਾ ਆਇਆਂ ਦਾ ਤਾਂ ਬਹੁਤ ਬਹੁਤ ਹੀ ਧੰਨਵਾਦ ਹੈ। ਮੈਂ ਵੀ ਥੈਂਕ ਯੂ ਕਰਨਾ ਚਾਹੁੰਦਾ, ਤੁਹਾਡਾ ਥੈਂਕ ਯੂ ਕਰਨਾ ਚਾਹੁੰਦਾ, ਔਰ ਮੀਡੀਆ ਪੰਜਾਬ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਨਾਚੀਜ਼ ਨੂੰ ਪਾਠਕਾਂ ਦੇ, ਦਰਸ਼ਕਾਂ ਦੇ ਰੂਬਰੂ ਕੀਤਾ। ਤੁਸੀਂ ਸਾਡੇ ਕੋਲ ਆਏ, ਤੁਹਾਡਾ ਬਹੁਤ ਬਹੁਤ ਹੀ ਧੰਨਵਾਦ। ਸਤਿ ਸ਼੍ਰੀ ਅਕਾਲ ਜੀ।